ਗੌੜੀ ਰਾਗ ਵਿੱਚ ਸੁਖਮਣੀ ਬਾਣੀ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਚਾਰਨ ਕੀਤੀ। ਅੱਜ ਦੀ 19ਵੀਂ ਅਸ਼ਟਪਦੀ ਦੇ ਪਹਿਲੇ 4 ਅੰਕ ਜੋ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 288 ਅੰਗ ਉੱਪਰ ਸ਼ੋਭਾਇਮਾਨ ਹਨ। ਅੱਜ ਇਹਨਾਂ ਸ਼ਬਦਾਂ ਨੂੰ ਸਮਝਣ ਦਾ ਯਤਨ ਕਰਾਂਗੇ। ਹਜ਼ੂਰ ਨੇ ਬਚਨ ਕੀਤਾ, ਕਹਿੰਦੇ ਆ ਜਿੰਨਾ ਕੁਝ ਦਿਸਣ ਵਿੱਚ ਆਉਂਦਾ ਹੈ, ਆ ਜਿੰਨਾ ਕੁਝ ਅਸੀਂ ਵੇਖਦੇ ਹਾਂ, ਸੰਸਾਰ ਦਾ ਪਸਾਰਾ ਹੈ, ਇਹਦੇ ਵਿੱਚੋਂ ਕਹਿੰਦੇ ਕੁਝ ਵੀ ਮਨੁੱਖ ਦਾ ਸੰਗੀ ਨਹੀਂ, ਇਹਦਾ ਸਾਥ ਨਿਭਾਉਣ ਵਾਲਾ ਨਹੀਂ ਹੈ। ਸਚਾਈ ਤਾਂ ਇਹ ਹੈ, ਹੋਰ ਪਦਾਰਥਾਂ ਦੀ ਗੱਲ ਤੇ ਬਹੁਤ ਦੂਰ ਦੀ ਹੈ ਕਿ ਨਾਲ ਤੁਰਨ। ਜਿਵੇਂ ਕਿ ਬਾਣੀ ਵਿੱਚ ਆਉਂਦਾ ਹੈ ਕਿ ਧਨ ਨਾਲ ਨਹੀਂ ਜਾਂਦਾ, ਪਰਿਵਾਰ ਨਾਲ ਨਹੀਂ ਤੁਰਦਾ, ਔਰ ਜਾਇਦਾਦ ਅਤੇ ਹੋਰ ਵੀ ਕਈ ਚੀਜ਼ਾਂ ਜੋ ਕਿ ਮਨੁੱਖ ਦੇ ਨਾਲ ਸਾਥ ਨਹੀਂ ਨਿਭਾਉਂਦੀਆਂ। ਪਰ ਜੇ ਹੋਰ ਅੱਗੇ ਜਾਈਏ ਤੇ ਸਚਾਈ ਇੱਥੋਂ ਤੱਕ ਚਲੀ ਜਾਂਦੀ ਹੈ ਕਿ ਆ ਜਿਹੜਾ ਤਨ ਸਾਨੂੰ ਮਿਲਿਆ, ਜਿਹੜਾ ਸਰੀਰ ਮਿਲਿਆ, ਇਹ ਵੀ ਇੱਕ ਖਾਸ ਵਕਤ ਤੱਕ ਸਾਡੇ ਨਾਲ ਹੈ। ਜਿਸ ਦਿਨ ਇਹਦਾ ਵਕਤ ਪੂਰਾ ਹੋ ਗਿਆ, ਉਦਣ ਇਸ ਸਰੀਰ ਨੇ ਵੀ ਜਵਾਬ ਦੇ ਜਾਣਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਇਹ ਬਾਣੀ, ਜਿਹਦੇ ਵਿੱਚ ਕਈ ਪ੍ਰਕਾਰ ਦੇ ਪ੍ਰਸੰਗ ਨੇ ਸੁਖਮਣੀ ਸਾਹਿਬ ਵਿੱਚ, ਅੱਜ ਦੇ ਬਚਨ ਵਿੱਚ ਇਹ ਸਚਾਈ ਹਜ਼ੂਰ ਨੇ ਵਰਣਨ ਕੀਤੀ। ਕਹਿੰਦੇ ਸਾਥ ਨਾ ਚਾਲੈ ਬਿਨ ਭਜਨ। ਕਹਿੰਦੇ ਧਿਆਨ ਨਾਲ ਵੇਖ, ਉਹ ਇਕੱਠਾ ਕਰਨਾ ਚਾਹੀਦਾ ਜੋ ਸੰਗੀ ਬਣੇ ਤੇਰਾ, ਤੇਰੇ ਨਾਲ ਤੁਰੇ। ਇੱਥੋਂ ਦੀਆਂ ਚੀਜ਼ਾਂ ਸਿਰਫ ਗੁਜ਼ਾਰਾ ਕਰਨ ਲਈ ਨੇ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਜਿਸ ਵੇਲੇ, ਕਿਉਂਕਿ ਸਤਿਗੁਰਾਂ ਨੇ 2 ਚੀਜ਼ਾਂ ਇਕੱਠੀਆਂ ਕੀਤੀਆਂ ਨੇ, ਧਨ ਨੂੰ ਤੇ ਧਰਮ ਨੂੰ ਇਕੱਠਾ ਕਰ ਦਿੱਤਾ ਹੈ। ਕਈ ਮਜ਼ਹਬ ਇਹ ਕਹਿੰਦੇ ਨੇ ਧਨ ਦੀ ਕੋਈ ਲੋੜ ਨਹੀਂ, ਇਕੱਲਾ ਧਰਮ ਕਮਾਓ। ਸਤਿਗੁਰਾਂ ਨੇ ਕਿਹਾ ਠੀਕ ਨਹੀਂ, ਕਿਉਂਕਿ ਸਰੀਰ ਕਿਵੇਂ ਧਨ ਤੋਂ ਬਿਨਾਂ ਚੱਲੇਗਾ, ਪਦਾਰਥਾਂ ਤੋਂ ਬਿਨਾਂ, ਸਾਧਨਾਂ ਤੋਂ ਬਿਨਾਂ ਸਰੀਰ ਦਾ ਗੁਜ਼ਾਰਾ ਕਿਵੇਂ ਹੈ। ਪਰ ਗਲਤੀ ਉੱਥੇ ਹੋਈ ਜਦੋਂ ਗੁਜ਼ਾਰਾ ਕਰਨ ਵਾਲੀਆਂ ਚੀਜ਼ਾਂ ਨੂੰ ਅਸੀਂ ਜ਼ਿੰਦਗੀ ਸਮਝ ਲਿਆ ਕਿ ਇਹ ਸਭ ਕੁਝ ਹੈ। ਫਿਰ ਉਹ ਚੀਜ਼ਾਂ ਸਾਡੀ ਜ਼ਿੰਦਗੀ ਵਾਸਤੇ ਬੋਝ ਬਣ ਗਈਆਂ। ਜਿਵੇਂ ਮੈਂ ਉਦਾਹਰਨ ਦੇ ਤੌਰ ਤੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ, ਕਈ ਚੀਜ਼ਾਂ ਐਸੀਆਂ ਨੇ ਸੁਖਦਾਈ ਬੜੀਆਂ ਨੇ, ਸੁਖ ਬੜਾ ਦਿੰਦੀਆਂ ਨੇ। ਉਦਾਹਰਨ ਦੇ ਤੌਰ ਤੇ ਆਪਾਂ ਕੰਡਿਆਂ ਤੋਂ ਬਚਣ ਵਾਸਤੇ, ਰੋੜਿਆਂ ਤੋਂ ਬਚਣ ਵਾਸਤੇ ਪੈਰ ਵਿੱਚ ਜੁੱਤੀ ਪਾਉਂਦੇ ਆ। ਜੁੱਤੀ ਸੁਖਦਾਈ ਹੈ ਕਿਉਂਕਿ ਪਾਈ ਹੋਵੇ ਜਿੱਥੋਂ ਮਰਜ਼ੀ ਲੰਘ ਜਾਓ। ਕੰਡੇ ਨੇ, ਜੰਗਲ ਵਿੱਚੋਂ ਲੰਘ ਜਾਓ, ਰੋੜਿਆਂ ਚੋਂ ਨਿਕਲ ਜਾਓ, ਹਨੇਰੇ ਵਿੱਚ ਤੁਰੋ, ਜੁੱਤੀ ਪਾਈ ਤੇ ਬੇਫਿਕਰੀ, ਪੈਰ ਨੂੰ ਕੋਈ ਸੰਭਾਵਨਾ ਨਹੀਂ ਕੋਈ ਕੰਡਾ ਵੱਜੇਗਾ। ਬੜੀ ਸੁਖਦਾਈ ਹੈ ਜੁੱਤੀ। ਪਰ ਤੁਸੀਂ ਵੇਖਣਾ ਕਦੀ ਕਦੀ ਜੁੱਤੀ ਵਿੱਚ ਲੱਗਾ ਹੋਇਆ ਕਿੱਲ ਥੋੜ੍ਹਾ ਜਿਹਾ ਤਾਂ ਨਿਕਲ ਆਵੇ। ਜਿਹੜੀ ਜੁੱਤੀ ਸਾਨੂੰ ਕੰਡਿਆਂ ਤੋਂ ਬਚਾਉਂਦੀ ਸੀ, ਉਹ ਆਪ ਕੰਡੇ ਨਾਲੋਂ ਭੈੜੀ ਹੋ ਗਈ। ਉਸ ਕਿੱਲ ਨੇ ਤੁਰਨ ਹੀ ਨਹੀਂ ਦੇਣਾ ਮਨੁੱਖ ਨੂੰ। ਜਿਉਂ-ਜਿਉਂ ਤੁਰਦਾ ਹੈ ਤਿਉਂ-ਤਿਉਂ ਚੁੱਭਦਾ ਹੈ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਕਹਿੰਦੇ ਕਿੱਕਰ ਦਾ ਕੰਡਾ, ਬੇਰੀ ਦਾ ਕੰਡਾ, ਇਹ ਜ਼ਰੂਰ ਚੁੱਭਦਾ ਹੈ, ਪਰ ਸਭ ਤੋਂ ਜ਼ਿਆਦਾ ਚੁੱਭਦਾ ਬੰਦੇ ਨੂੰ ਹਉਮੈ ਦਾ ਕੰਡਾ। ਅਤੇ ਜਿਉਂ-ਜਿਉਂ ਅਸੀਂ ਤੁਰਨੇ ਆਏ ਤਿਉਂ-ਤਿਉਂ ਦੁੱਖ ਦਿੰਦਾ, ਤਿਉਂ-ਤਿਉਂ ਚੁੱਭਦਾ। ਸੋਹਿਲਾ ਸਾਹਿਬ ਦੀ ਬਾਣੀ ਵਿੱਚ ਬਚਨ ਆਉਂਦੇ ਜਿਹੜੇ ਰਾਤ ਨੂੰ ਸੌਣ ਲੱਗਿਆਂ ਸਿੱਖ ਪੜ੍ਹਦਾ। ਹਜ਼ੂਰ ਕਹਿੰਦੇ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਹੰਕਾਰ ਦਾ ਕੰਡਾ ਸਾਡੇ ਵਿੱਚ। ਕਹਿੰਦੇ ਜਿਉਂ-ਜਿਉਂ ਚੱਲੈ, ਅਸੀਂ ਜਿਉਂ-ਜਿਉਂ ਤੁਰਾਂਗੇ, ਕਿਉਂਕਿ ਕੰਡਾ ਉਦੋਂ ਚੁੱਭਦਾ ਜਦੋਂ ਤੁਰੀਏ, ਜਦੋਂ ਖਲੋ ਜਾਈਏ ਉਦੋਂ ਦਰਦ ਨਹੀਂ ਹੁੰਦੀ।
ज्यों ज्यों चलै चुभै दुख पावै, जमकाल सहे सिर डंडा है। कंडा ਜੁੱਤੀ ਵਿੱਚ ਲੱਗਾ ਹੋਇਆ ਕਿੱਲ, ਜਿਹੜੀ ਜੁੱਤੀ ਸੁਖਦਾਈ ਸੀ ਤੇ ਕੰਡਿਆਂ ਤੋਂ ਬਚਾਉਂਦੀ ਸੀ, ਉਹ ਆਪਣੇ ਕਿੱਲ ਕਰਕੇ ਦੁੱਖ ਦਾ ਰੂਪ ਧਾਰਨ ਕਰ ਗਈ। ਸੰਸਾਰ ਦੇ ਪਦਾਰਥ, ਸੰਸਾਰ ਦੀ ਪ੍ਰਾਪਰਟੀ, ਜਾਇਦਾਦ, ਇੱਥੇ ਖਾਣ ਪੀਣ ਵਾਲੇ ਸਾਧਨ, ਜਿੰਨੇ ਵੀ ਪਦਾਰਥ ਨੇ ਸੰਸਾਰ ਦੇ 1 ਤੋਂ ਲੈ ਕੇ 100 ਤੱਕ ਗੁਰੂ ਸਾਹਿਬ ਨੇ ਗਿਣੇ ਨੇ, 9 ਤਾਂ ਗਿਣ ਦਿੱਤੇ। ਰਸ ਸੋਇਨਾ, ਰਸ ਰੂਪਾ, ਸੋਨਾ ਤੇ ਚਾਂਦੀ, ਇਹ ਪਦਾਰਥ ਨੇ। ਰਸ ਸੋਇਨਾ, ਰਸ ਰੂਪਾ, ਕਾਮਣ, ਕਾਮਣ ਦੇ ਅਰਥ ਨੇ ਇਸਤਰੀ। ਰਸ ਪਰਮਲ ਕੀ ਵਾਸ, ਰਸ ਸੇਜਾ, ਰਸ ਮੰਦਰ ਘੋੜੇ, ਰਸ ਮੀਠਾ, ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਪਦਾਰਥ ਚੁੱਭਣ ਲੱਗ ਪਏ, ਜੁੱਤੀ ਜਿਹੜੀ ਦੁਖਦਾਈ ਹੋ ਗਈ। ਸਤਿਗੁਰੂ ਨੇ ਕਿਹਾ ਬਸ ਇਹਦੀ ਵਰਤੋਂ ਕਰ, ਅੰਦਰੋਂ ਹਉਮੈ ਦਾ ਕਿੱਲ ਕੱਢ ਦੇ। ਫਿਰ ਪਦਾਰਥ ਕੁਝ ਨਹੀਂ ਕਹਿਣਗੇ। ਜਿੱਥੇ ਸਤਿਗੁਰੂ ਨੇ ਕਿਹਾ ਮਾਇਆ ਨਾਸ਼ਵਾਨ ਹੈ, ਉੱਥੇ ਇਹ ਵੀ ਬਚਨ ਕੀਤੇ ਨੇ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਿਲ ਸੋਇਨ ਚੌਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ। ਪਦਾਰਥ ਦੁਖਦਾਈ ਉਦੋਂ ਬਣਦਾ ਹੈ ਜਦੋਂ ਅਸੀਂ ਇਹਦੇ ਵਿੱਚ ਡੁੱਬ ਜਾਂਦੇ ਹਾਂ। ਸਿੱਧਾਂ ਕੋਲ ਸਤਿਗੁਰੂ ਗਏ। ਗੁਰੂ ਨਾਨਕ ਦੇਵ ਜੀ ਦੀ 2 ਤਰ੍ਹਾਂ ਦੇ ਮਨੁੱਖਾਂ ਨਾਲ ਬਹੁਤੀ ਵਾਰਤਾ ਹੋਈ ਤੇ ਦੋਵਾਂ ਵਾਸਤੇ ਉਪਦੇਸ਼ ਵੱਖਰਾ ਹੈ। ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ ਕਿ ਰੋਗ ਦਾਰੂ ਦੋਵੇਂ ਪੁੱਛੈ, ਸੋ ਵੈਦ ਬੁੱਝੈ। ਸੋ ਵੈਦ ਸੁਜਾਨ, ਵੈਦ ਉਹ ਹੁੰਦਾ ਜਿਹੜਾ ਬੰਦੇ ਦਾ ਰੋਗ ਵੀ ਬੁੱਝੇ ਤੇ ਫਿਰ ਦਵਾਈ ਦੇਵੇ। ਗੁਰੂ ਉਹ ਹੈ ਜਿਹੜਾ ਬੰਦੇ ਦੀ ਕਮਜ਼ੋਰੀ ਵੇਖ ਕੇ ਉਹਦੀ ਗੱਲ ਕਰੇ, ਦੂਸਰੀ ਨਹੀਂ। ਗੁਰੂ ਨਾਨਕ ਦੇਵ ਜੀ ਜਦੋਂ ਇੱਕ ਧਨਾੜ ਕੋਲ ਗਏ, ਜਿਹੜਾ ਦੁਨੀ ਚੰਦ ਸੀ ਤੇ ਜਿਹਦੇ ਕੋਲ ਉਸ ਵਕਤ ਦਾ 7 ਕਰੋੜ ਰੁਪਈਆ ਸੀ, ਉਹਨੂੰ ਕਹਿੰਦੇ ਨੇ ਧਨ ਵੰਡ ਦੇ। ਇਹਨੂੰ ਵੰਡ ਦੇ, ਮੈਂ ਬਹੁਤਾ ਵਿਸਤਾਰ ਨਹੀਂ ਕਰਨਾ, ਇਤਿਹਾਸ ਤੁਸੀਂ ਜਾਣਦੇ ਹੋ। ਉਹ ਹੀ ਗੁਰੂ ਨਾਨਕ ਸਾਹਿਬ ਜਦੋਂ ਸਿੱਧਾਂ ਕੋਲ ਜਾਂਦੇ, ਯੋਗੀਆਂ ਕੋਲ, ਜਿਹੜੇ ਪਰਬਤਾਂ ਤੇ ਬੈਠੇ ਸਨ, ਉਹਨਾਂ ਵਾਸਤੇ ਉਪਦੇਸ਼ ਬਦਲ ਗਿਆ। ਉਹ ਘਰ ਛੱਡ ਕੇ ਗਏ ਸਨ, ਪਦਾਰਥ ਛੱਡ ਕੇ ਚਲੇ ਗਏ ਸਨ। ਉਹਨਾਂ ਨੂੰ ਕਿਹਾ ਛੱਡੋ ਇਹਨਾਂ ਪਰਬਤਾਂ ਨੂੰ, ਪੱਥਰਾਂ ਨੂੰ, ਇੱਥੇ ਬਹਿ ਬਹਿ ਕੇ ਕੀ ਕਰਦੇ ਹੋ? ਚਲੋ ਸੰਸਾਰ ਵਿੱਚ ਤੁਸੀਂ ਕੰਮ ਕਰੋ, ਕਿਰਤ ਕਰੋ। ਤੁਹਾਨੂੰ ਪਦਾਰਥ ਚਾਹੀਦੇ ਨੇ। ਜਿਹੜੀ ਚੀਜ਼ ਜ਼ਿੰਦਗੀ ਵਿੱਚ ਵੱਧ ਜਾਏ, ਸਤਿਗੁਰੂ ਕਹਿੰਦੇ ਉਹਨੂੰ ਘਟਾ ਦੇ। ਨਾ ਬਹੁਤਾ ਤਿਆਗ ਕਰੀ ਤੇ ਨਾ ਬਹੁਤਾ ਡੁੱਬੀ ਇਸ ਸੰਸਾਰ ਵਿੱਚ। ਵਿਚਕਾਰ ਤੁਰ। ਸਿੱਖੀ ਦੇ ਅਰਥ ਹੀ ਇਹ ਨੇ, ਜਿਵੇਂ ਜਦੋਂ ਆਪਾਂ ਕੰਡੇ ਵਿੱਚ ਸਾਧ ਸੰਗਤ ਜੀ ਤੋਲਨੇ ਆ ਨਾ, ਜੀਵਨ ਨੂੰ ਸੌਦਾ ਤੋਲਿਆ ਜਾਂਦਾ ਤੇ ਠੀਕ ਉਦੋਂ ਹੁੰਦਾ ਜਦੋਂ ਕੰਡਾ ਵਿਚਕਾਰ ਹੋਵੇ। ਇਸ ਬਾਣੀ ਦੇ ਵਿੱਚ ਇਹ ਹੁਕਮ ਵੀ ਕੀਤਾ ਗਿਆ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਕੰਡਾ ਬਿਲਕੁਲ ਵਿਚਕਾਰ ਹੋਵੇ, ਫਿਰ ਛਾਬੇ ਤਾਂ ਬਰਾਬਰ ਹੁੰਦੇ। ਤਾਂ ਹੀ ਤੁਸੀਂ ਵੇਖੋਗੇ ਨਾ, ਜਿੱਥੇ ਕੰਡਾ ਲੱਗਾ ਹੋਵੇ ਉਹਨੂੰ ਕਹਿੰਦੇ ਨੇ ਧਰਮ ਕੰਡਾ। ਧਰਮ ਕੰਡਾ ਸ਼ਬਦ ਵਰਤਿਆ ਜਾਂਦਾ ਜਿੱਥੇ ਬੜੇ ਬੜੇ ਵੱਡੇ ਵਜਨ ਤੋਲੇ ਜਾਂਦੇ ਨੇ, ਟਨ ਦੇ ਹਿਸਾਬ ਨਾਲ ਬਹੁਤ ਵਜਨ ਤੋਲਿਆ ਜਾਂਦਾ ਹੈ, ਉਹਨੂੰ ਕਿਹਾ ਜਾਂਦਾ ਧਰਮ ਕੰਡਾ। ਇਹ ਧਰਮ ਕਿਉਂ ਵਿੱਚ ਸ਼ਬਦ ਆਇਆ ਤੇ ਕੰਡਾ ਕਿਉਂ ਆਇਆ? ਇਹ ਕੰਡਾ ਤਾਂ, ਧਰਮ ਕੰਡਾ ਸ਼ਬਦ ਤਾਂ ਵਰਤਿਆ ਵੀ ਇਹ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਠੀਕ ਠੀਕ ਦੱਸ ਦਿੰਦਾ ਕਿੰਨਾ ਕਿਲੋ ਵਜਨ ਹੈ, ਘਾਟਾ ਵਾਧਾ ਨਹੀਂ ਕਰਦਾ। ਠੀਕ ਹੈ, ਉੱਤੇ ਬੈਠਾ ਹੋਇਆ ਬੰਦਾ ਬੇਈਮਾਨ ਹੋ ਜਾਏ ਤੇ ਗੱਲ ਵੱਖਰੀ। ਧਰਮ ਕੰਡਾ ਇਹਦਾ ਨਾਮ ਤਾਂ ਰੱਖਿਆ ਕਿਉਂਕਿ ਧਰਮ ਵੀ ਇੱਕ ਕੰਡਾ ਹੈ। ਜਿਹੜਾ ਸਹੀ ਧਰਮ ਹੈ ਨਾ, ਉਹ ਚੁੱਭਦਾ ਥੋੜ੍ਹਾ ਜਿਹਾ, ਖਿਆਲ ਰੱਖਣਾ। ਔਰ ਇਹ ਵੀ ਖਿਆਲ ਰੱਖਣਾ, ਕੰਡੇ ਨੂੰ ਕੰਡਾ ਹੀ ਕੱਢਦਾ। ਸਾਡੀ ਜ਼ਿੰਦਗੀ ਦਾ ਜਿਹੜਾ ਦੁੱਖ ਹੈ ਨਾ, ਉਹ ਹੋਰ ਕਿਸੇ ਚੀਜ਼ ਨਾਲ ਖਤਮ ਨਹੀਂ ਹੋਣਾ। ਇਸ ਦੁੱਖ ਨੂੰ ਦੂਜੇ ਦੁੱਖ ਨੇ ਕੱਢਣਾ, ਖਿਆਲ ਰੱਖਣਾ। ਜਿਵੇਂ ਕੰਡੇ ਨੂੰ ਕੰਡਾ ਕੱਢਦਾ, ਸਿੱਧਾ ਉਂਗਲ ਨਾਲ ਕੰਡਾ ਨਹੀਂ ਕੱਢਿਆ ਜਾਂਦਾ। ਉਹਦੇ ਵਾਸਤੇ ਕੰਡੇ ਵਰਗੀ ਜਾਂ ਸੂਈ ਲਵੋ ਜਾਂ ਕੰਡਾ ਕੱਢੋ। ਜੀਵਨ ਵਿੱਚ ਜਿਹੜਾ ਦੁੱਖ ਹੈ ਤੇ ਹਰ ਇੱਕ ਬੰਦਾ ਇਹਦੇ ਤੋਂ ਪੀੜਿਤ, ਸਿਰਫ ਉਹਨਾਂ ਚਿਰ ਨਹੀਂ ਪਤਾ ਲੱਗਦਾ ਜਿੰਨਾ ਚਿਰ ਅਸੀਂ ਇੱਕ ਦੂਜੇ ਨੂੰ ਦੱਸਦੇ ਨਹੀਂ। ਜੇ ਭਗਤ ਫਰੀਦ ਵਰਗੇ ਜਿਹੜੇ ਰੱਬ ਦੇ ਇਸ਼ਕ ਵਿੱਚ ਰੰਗੇ ਗਏ ਸਨ, ਜੇ ਉਹਨਾਂ ਨੇ ਕਿਹਾ ਨਾ ਕਿ ਜਿਹੜਾ ਦੁੱਖ ਸੰਸਾਰ ਨੂੰ ਇਹ ਮੇਰੇ ਕੋਲ ਵੀ ਹੈ, ਤੇ ਬਾਕੀਆਂ ਦੀ ਹਾਲਾਤ ਕੀ ਹੋਵੇਗੀ?
ਦੁੱਖ ਸਾਰੇ ਜਗਤ ਵਿੱਚ ਹੈ, ਦੁੱਖ ਦਾ ਕੰਡਾ ਸਾਰੇ ਸੰਸਾਰ ਵਿੱਚ ਹੈ। ਇਹਨੂੰ ਕੱਢਣ ਵਾਸਤੇ ਗੁਰੂ ਕੋਲੋਂ ਦੁੱਖ ਲੈਣਾ ਪਏਗਾ ਥੋੜ੍ਹਾ ਜਿਹਾ। ਦੁੱਖ ਹੀ ਹੈ ਨਾ ਧਰਮ ਕਮਾਉਣਾ। ਸਰੀਰਕ ਤੌਰ 'ਤੇ ਤੁਸੀਂ ਵੇਖੋਗੇ, ਸਵੇਰੇ ਉੱਠਣਾ, ਪਾਣੀ ਨੂੰ ਹੱਥ ਲਾਉਣਾ, ਨੀਂਦ ਹੁੰਦਿਆਂ ਵੀ ਜਾਗਣਾ, ਫਿਰ ਸਮਾਜ ਵਿੱਚ ਵਰਤਣਾ, ਜਿਨ੍ਹਾਂ ਚੀਜ਼ਾਂ ਨੂੰ ਵੇਖ ਕੇ ਬੰਦੇ ਦੇ ਮੂੰਹ ਵਿੱਚੋਂ ਪਾਣੀ ਆਉਂਦਾ ਉਹਨੂੰ ਤਿਆਗਣਾ। ਇਹ ਸੂਰਮ ਗਤੀ ਹੈ, ਸੂਰਮਤਾਈ ਹੈ ਧਰਮ। ਤੇ ਜਿਹੜੇ ਧਰਮ ਸਾਧ ਸੰਗਤ ਜੀ ਦਰਦ ਨਹੀਂ ਨਾ ਦਿੰਦੇ, ਉਹਨਾਂ ਦੇ ਪੱਲੇ ਵੀ ਕੱਖ ਨਹੀਂ ਜੇ ਖਿਆਲ ਰੱਖਣਾ। ਜਿਹੜੇ ਕਹਿੰਦੇ ਨੇ ਜੋ ਮਰਜ਼ੀ ਕਰੋ ਸਾਡੇ ਕੋਲ ਆ ਜਾਓ, ਉਹਨਾਂ ਦੇ ਕੋਲ ਕੱਖ ਨਹੀਂ। ਉਹ ਤੇ ਸੰਸਾਰ ਵਿੱਚ ਉਸ ਤਰ੍ਹਾਂ ਦਾ ਹੈ ਹੀ ਹੈ ਸਾਰਾ ਕੁਝ। ਜਿਹੜੀ ਦਵਾਈ ਰੋਗ ਮਿਟਾਏਗੀ, ਕਦੀ ਕੋਈ ਇਸ ਤਰ੍ਹਾਂ ਦਾ ਹਕੀਮ ਤੁਹਾਨੂੰ ਨਹੀਂ ਮਿਲੇਗਾ ਜਿਹੜਾ ਮਰੀਜ਼ ਦੇ ਆਖੇ ਲੱਗ ਕੇ ਉਹਨੂੰ ਟੋਫੀਆਂ ਖਵਾ ਦੇ, ਮਿੱਠੀ ਚੀਜ਼ ਖਵਾਏ। ਉਹਨੂੰ ਪਤਾ ਰੋਗ ਦਾ ਇਹ ਜੜ ਹੈ। ਸਿਆਣਾ ਜਿਹੜਾ ਗੁਰੂ ਕੇ ਸਵਾਰਿਓ ਵੈਦ ਹੈ, ਉਹ ਇਹ ਨਹੀਂ ਫਿਕਰ ਕਰੇਗਾ ਦਵਾਈ ਕਿੰਨੀ ਕੌੜੀ ਹੈ। ਉਹ ਕਹੇਗਾ ਜਿੰਨੀ ਕੌੜੀ ਖਾਏਗਾ ਉਨੀ ਛੇਤੀ ਅਰੋਗ ਹੋ ਜਾਏਗਾ। ਜੀਵਨ ਵਿੱਚ ਕੁਝ ਐਸੀਆਂ ਵਸਤੂਆਂ ਨੇ ਜਿਹੜੀਆਂ ਕੌੜੀਆਂ ਬੜੀਆਂ ਨੇ। ਅਸੀਂ ਸਾਰੀ ਜ਼ਿੰਦਗੀ ਮਿੱਠਾ ਭਾਲਦੇ ਫਿਰਨੇ ਹਾਂ। ਸਾਡੀ ਇਹਦੇ ਉੱਤੇ ਸਾਰੀ ਜ਼ਿੰਦਗੀ ਲੰਘ ਗਈ ਕਿ ਆਰਾਮਦਾਇਕ। ਕੁਦਰਤ ਇਹਨੂੰ ਪ੍ਰਵਾਨ ਨਹੀਂ ਕਰਦੀ। ਸਾਰੀ ਕੁਦਰਤ ਸੰਘਰਸ਼ ਕਰ ਰਹੀ। ਤੁਸੀਂ ਵੇਖੋ, ਸਾਰੀ ਕੁਦਰਤ ਵਿੱਚ ਸੰਘਰਸ਼ ਹੈ। ਕੁਦਰਤ ਨੂੰ ਆਰਾਮ ਪ੍ਰਵਾਨ ਨਹੀਂ। ਜਿੱਥੇ ਆਰਾਮ ਹੈ ਉੱਥੇ ਮੌਤ ਆ ਗਈ, ਸਮਾਪਤੀ ਹੋ ਗਈ ਜੀਵਨ ਦੀ। ਤਾਂ ਇੱਥੇ ਬੇਨਤੀ ਕਰ ਰਿਹਾ ਸੀ, ਧਰਮ ਦਾ ਕੰਡਾ ਦਰਦ ਕਰਦਾ ਮਨੁੱਖ ਨੂੰ, ਪਰ ਦੂਜੇ ਕੰਡੇ ਨੂੰ ਕੱਢ ਦਿੰਦਾ ਜਿਹੜਾ ਹਉਮੈ ਵਾਲਾ ਹੈ। ਤੇ ਜਦੋਂ ਸਾਰੇ ਕੰਡੇ ਨਿਕਲ ਗਏ, ਉਦੋਂ ਫਿਰ ਅਸਲੀ ਸੁੱਖ ਵਾਲਾ ਜੀਵਨ ਬੰਦੇ ਦੇ ਅੰਦਰੋਂ ਪ੍ਰਗਟ ਹੁੰਦਾ, ਜਿਹੜਾ ਵਿੱਚ ਛੁਪਿਆ ਹੋਇਆ, ਜਿਹਨੂੰ ਅਸੀਂ ਬੰਦ ਕੀਤਾ ਹੋਇਆ। ਤਾਂ ਬੇਨਤੀ ਕਰ ਰਿਹਾ ਸੀ ਕਿ ਨਾਲ ਨਿਭਣ ਵਾਲਾ ਤਾਂ ਸਰੀਰ ਵੀ ਨਹੀਂ। ਸਤਿਗੁਰਾਂ ਨੇ ਉਹਨਾਂ ਯੋਗੀਆਂ ਨੂੰ ਕਿਹਾ, ਪਦਾਰਥ ਦੇ ਵਿੱਚ ਜਾਓ, ਤੁਸੀਂ ਛੱਡਿਆ ਕਿਉਂ ਹੈ? ਜਿਹਦੇ ਕੋਲ ਬਹੁਤਾ ਸੀ ਉਹਨੂੰ ਕਿਹਾ, ਇਹਨੂੰ ਛੱਡ, ਇਹਨੂੰ ਵੰਡ ਦੇ। ਬੈਲੈਂਸ ਕੀਤਾ ਜੀਵਨ ਦਾ। ਮੈਂ ਬੇਨਤੀ ਕਰ ਰਿਹਾ ਸੀ, ਕੁਝ ਚੀਜ਼ਾਂ ਐਸੀਆਂ ਨੇ ਸੁਖਦਾਈ ਵੀ ਨੇ ਤੇ ਦੁਖਦਾਈ ਨੇ। ਗੁਰੂ ਅਰਜਨ ਦੇਵ ਜੀ ਦਾ ਅੱਜ ਦਾ ਸ਼ਲੋਕ ਹੈ ਵੀ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਆਹ ਸਾਰੀਆਂ ਚੀਜ਼ਾਂ ਜ਼ਹਿਰ ਦਾ ਰੂਪ ਨੇ। ਇਹਨਾਂ ਨੂੰ ਵੇਖ ਕੇ ਖਾਈ, ਇਹ ਜ਼ਹਿਰ ਨਹੀਂ, ਇਹਨਾਂ ਦੀ ਵਰਤੋਂ ਜ਼ਹਿਰ ਹੋ ਜਾਂਦੀ ਹੈ। ਇਹਨਾਂ ਨੂੰ ਜਦੋਂ ਵਰਤੀਏ ਉਦੋਂ ਜ਼ਹਿਰ ਹੋ ਜਾਂਦੀ। ਭਾਈ ਮਰਦਾਨਾ ਜੀ ਸਤਿਗੁਰਾਂ ਦੇ ਨਾਲ ਜਾ ਰਹੇ ਸਨ ਤੇ ਇੱਕ ਥਾਂ ਤੇ ਰੁਕ ਗਏ। ਕਹਿੰਦੇ ਮਹਾਰਾਜ ਕਈ ਦਿਨ ਹੋ ਗਏ ਰੋਟੀ ਨਹੀਂ ਖਾਧੀ, ਤੁਰਿਆ ਨਹੀਂ ਜਾਂਦਾ, ਹੁਣ ਕੋਈ ਕਰੋ ਪ੍ਰਬੰਧ। ਹਜ਼ੂਰ ਨੇ ਕਿਹਾ ਵੀ ਅਗਲਾ ਪਿੰਡ ਆਵੇਗਾ ਤੇ ਖਵਾ ਦੇਵਾਂਗੇ। ਆਮ ਬੰਦੇ ਵਾਂਗ ਵਿਚਰਦੇ ਸਨ। ਤੇ ਭਾਈ ਮਰਦਾਨੇ ਨੇ ਸੋਚਿਆ ਵੀ ਗੁਰੂ ਸਾਹਿਬ ਇਸ ਤਰ੍ਹਾਂ ਨਹੀਂ ਮੰਨਦੇ, ਹੈ ਇਹਨਾਂ ਕੋਲ ਸਾਰਾ ਕੁਝ। ਮਾਂ ਤੇ ਬੱਚੇ ਵਾਲਾ ਸੰਬੰਧ ਸੀ ਭਾਈ ਮਰਦਾਨੇ ਦਾ। ਰਬਾਬ ਉੱਥੇ ਹੀ ਰੱਖ ਦਿੱਤੀ, ਉੱਥੇ ਹੀ ਬੈਠ ਗਏ ਤੇ ਸਿਰ ਥੋੜ੍ਹਾ ਜਿਹਾ ਗੋਡਿਆਂ ਵਿੱਚ ਰੱਖ ਲਿਆ। ਕਹਿੰਦੇ ਮੈਂ ਨਹੀਂ ਤੁਰਨਾ, ਪਹਿਲਾਂ ਕੁਝ ਖਵਾਓ ਤਾਂ ਜਾਵਾਂਗਾ। ਜਿਵੇਂ ਤੁਸੀਂ ਵੇਖਿਆ ਹੋਏਗਾ, ਰਾਹ ਵਿੱਚ ਜਾਂਦਿਆਂ ਕਈ ਵਾਰੀ ਬੱਚੇ ਮਾਂ ਨਾਲ ਰੁੱਸ ਜਾਂਦੇ, ਰਾਹ ਵਿੱਚ ਲੇਟ ਜਾਂਦੇ। ਇਹ ਉਹ ਅਵਸਥਾ ਸੀ। ਬੈਠ ਗਏ ਤੇ ਜਦੋਂ ਸਿੱਖ ਦਾ ਜੀਵਨ ਸਾਹਮਣੇ ਆਉਂਦਾ ਹੈ, ਉੱਥੇ ਤਸਵੀਰ ਸਾਹਮਣੇ ਆ ਜਾਂਦੀ ਗੁਰੂ ਤੇ ਸਿੱਖ ਦੇ ਪਿਆਰ ਦੀ। ਉਹ ਕਿਵੇਂ ਦਾ ਸਿੱਖ ਹੋਏਗਾ ਜਿਹਦੇ ਕੋਲ ਗੁਰੂ ਉਡੀਕ ਵਾਸਤੇ ਖੜਾ ਰਹਿੰਦਾ ਵੀ ਤੂੰ ਮੇਰੇ ਨਾਲ ਤੁਰੇ ਤੇ ਮੈਂ ਤਾਂ ਤੁਰਾਂਗਾ। ਕਿੰਨਾ ਪਿਆਰ ਹੋਵੇਗਾ ਉਹਦੇ ਵਿੱਚ। ਸਤਿਗੁਰਾਂ ਨੇ ਕਿਹਾ ਮਰਦਾਨੇ ਆੜੀ ਨਹੀਂ ਕਰੀਦੀ, ਅੱਗੇ ਜਾ ਕੇ ਤੈਨੂੰ ਮੈਂ ਕੁਝ ਖਵਾ ਦਿਆਂਗਾ। ਕਹਿੰਦੇ ਨਹੀਂ, ਹੁਣੇ ਹੀ ਖਾਣਾ, ਤੁਸੀਂ ਖਵਾ ਸਕਦੇ ਹੋ, ਤੁਹਾਡੇ ਕੋਲ ਬੜਾ ਕੁਝ ਹੈ। ਪਰਾਂ ਝਾਤੀ ਪਾਈ, ਇੱਕ ਰੁੱਖ ਸੀ, ਪਤਾ ਨਹੀਂ ਉਹਨੂੰ ਕੀ ਲੱਗਾ ਸੀ। ਹਜ਼ੂਰ ਨੇ ਨਜ਼ਰ ਮਾਰੀ, ਕਹਿੰਦੇ ਜਾਓ ਸਾਹਮਣੇ ਜੋ ਫਲ ਲੱਗੇ ਨਾ ਰੁੱਖ ਨੂੰ, ਉਹਦੇ ਵਿੱਚੋਂ ਤੋੜ ਕੇ ਖਾ ਲੈ। ਭਾਈ ਮਰਦਾਨਾ ਜੀ ਨੇ ਵੇਖਿਆ ਵੀ ਇਹ ਜਿਹੜੀ ਸਟਰਾਈਕ ਕੀਤੀ ਸੀ ਇਹਦਾ ਹੱਲ ਹੋ ਗਿਆ। ਉੱਠ ਕੇ ਤੁਰ ਪਏ, ਉਸ ਰੁੱਖ ਦੇ ਕੋਲ ਗਏ। ਪਹਿਲਾਂ ਉਹ ਕਦੀ ਉਸ ਤਰ੍ਹਾਂ ਦਾ ਰੁੱਖ ਨਹੀਂ ਸੀ ਵੇਖਿਆ। ਉਹ ਗੁਰੂ ਦੀ ਕਲਾ ਸੀ।
ਸਤਿਗੁਰਾਂ ਨੇ ਪਿੱਛੋਂ ਆਵਾਜ਼ ਦਿੱਤੀ, ਕਿਉਂਕਿ ਗੁਰੂ ਨੇ ਨਜ਼ਰ ਪਾਈ ਸੀ। ਪਤਾ ਨਹੀਂ ਰੁੱਖ ਕਾਹਦਾ ਸੀ, ਪਰ ਗੁਰੂ ਨੇ ਮਿਠਾਸ ਬਹੁਤ ਭਰ ਦਿੱਤੀ ਉਹਨਾਂ ਫਲਾਂ ਵਿੱਚ, ਬੜੇ ਮਿੱਠੇ ਸਨ। ਤੇ ਸਤਿਗੁਰਾਂ ਨੂੰ ਪਤਾ ਸੀ ਹੁਣ ਬਹੁਤੇ ਖਾਏਗਾ। ਪਿੱਛੋਂ ਆਵਾਜ਼ ਦਿੱਤੀ, ਮਰਦਾਨਿਆ ਜਿੰਨੇ ਕੁ ਭੁੱਖੇ ਉਹਨਾਂ ਕੁ ਖਾਈ, ਬਹੁਤਾ ਨਾ ਖਾਈ, ਲਾਲਚ ਨਾ ਕਰੀ। ਤੇ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਤੁਸੀਂ ਥੋੜਾ ਜਿਹਾ ਸਮਾਧੀ ਲਾ ਲਓ, ਮੈਂ ਆਪੇ ਛਕ ਲੈਣਾ। ਤੁਸੀਂ ਥੋੜਾ ਜਿਹਾ ਇੱਧਰ ਉੱਧਰ ਸੈਰ ਕਰੋ। ਜਦੋਂ ਖਾਧਾ ਨਾ ਪਹਿਲਾ ਫਲ, ਉਹਦੇ ਵਿੱਚ ਬੜੀ ਮਿਠਾਸ, ਇਸ ਤਰ੍ਹਾਂ ਦਾ ਕਦੀ ਨਹੀਂ ਸੀ ਖਾਧਾ ਮਰਦਾਨੇ ਨੇ ਜ਼ਿੰਦਗੀ ਵਿੱਚ। ਉਹਦੇ ਵਿੱਚ ਪਤਾ ਨਹੀਂ ਕਿੱਥੋਂ ਮਿੱਠਾ ਆ ਗਿਆ, ਸੰਸਾਰ ਵਾਲਾ ਮਿੱਠਾ ਹੈ ਹੀ ਨਹੀਂ ਸੀ। 2 4 5 10 ਖਾਧੇ, ਹੁਣ ਸਰੀਰ ਕਿੰਨਾ ਕੁ ਝੱਲੇ, ਰੱਜ ਗਿਆ ਸਰੀਰ। ਤੇ ਜਦੋਂ ਪੂਰੀ ਤਰ੍ਹਾਂ ਰੱਜ ਗਿਆ ਨਾ, ਗੁਰੂ ਦੀ ਬਚਨ ਗੁਰੂ ਕਾ ਚੇਤੇ ਆਇਆ, ਜਿਹਦੇ ਵਿੱਚ ਕਿਹਾ ਗਿਆ ਸੀ, ਮਰਦਾਨਿਆਂ ਜਿੰਨੀ ਭੁੱਖੇ ਉਹਨਾਂ ਖਾ ਲਈ, ਨਾਲ ਨਾ ਬੰਨੀ। ਤੇ ਥੋੜਾ ਜਿਹਾ ਪਿੱਛੇ ਮੂੰਹ ਕਰਕੇ ਅੱਖ ਬਚਾ ਕੇ ਵੇਖਿਆ ਵੀ ਗੁਰੂ ਸਾਹਿਬ ਕੀ ਕਰ ਰਹੇ ਨੇ। ਪਿੱਛੇ ਵੇਖਿਆ ਤੇ ਸਤਿਗੁਰੂ ਜਾਣ ਕੇ ਥੋੜਾ ਜਿਹਾ ਮੂੰਹ ਪਰਾਂ ਨੂੰ ਕਰਕੇ ਖੜੇ ਨੇ। ਉਹਨੂੰ ਕੀ ਪਤਾ ਵੀ ਇਸ ਗੁਰੂ ਦੀਆਂ ਅੱਖਾਂ ਤੇਰੀਆਂ ਅੱਖਾਂ ਦੇ ਵਿੱਚ ਰਹਿੰਦੀਆਂ ਨੇ, ਜਿੱਥੋਂ ਤੂੰ ਵੇਖਣਾ ਉੱਥੋਂ ਗੁਰੂ ਵੇਖ ਲੈਂਦਾ। ਇਹ ਭੁਲੇਖਾ ਸਾਨੂੰ ਇੰਜ ਲੱਗਦਾ ਵੀ ਗੁਰੂ ਵੇਖੇ ਤੇ ਤਾਂ ਹੀ ਵਹਿੰਦਾ। ਸਾਨੂੰ ਇਹ ਨਹੀਂ ਪਤਾ ਜਿੱਥੋਂ ਅਸੀਂ ਵਹਿੰਦੇ ਹਾਂ ਉੱਥੋਂ ਹੀ ਗੁਰੂ ਵੇਖ ਲੈਂਦਾ ਨਾਲੇ। ਇਹ ਅੱਖਾਂ ਵੀ ਤੇ ਉਹਦੀਆਂ ਨੇ, ਜਿੱਥੋਂ ਅਸੀਂ ਸੁਣਨੇ ਆ ਉੱਥੋਂ ਹੀ ਉਹ ਸੁਣ ਲੈਂਦਾ। ਜੋ ਕੁਝ ਸਾਨੂੰ ਮਹਿਸੂਸ ਹੁੰਦਾ ਉਹ ਸਾਰਾ ਕੁਝ ਉਹਨੂੰ ਮਹਿਸੂਸ ਹੋ ਜਾਂਦਾ। ਅੱਖ ਬਚਾ ਕੇ ਵੇਖਿਆ ਵੀ ਸਤਿਗੁਰੂ ਥੋੜਾ ਜਿਹਾ ਪਰਾਂ ਨੂੰ ਵੇਖਦੇ ਨੇ। ਪੱਲਾ ਖੋਲਿਆ, ਬੜੀ ਕਾਹਲੀ ਨਾਲ ਖਿੱਚ ਖਿਚਾ ਕੇ ਸਣੇ ਪੱਤਰਾਂ ਦੇ ਥੋੜੇ ਜਿਹੇ ਫਲ ਵਿੱਚ ਬੰਨ੍ਹ ਲਏ ਤੇ ਥੋੜਾ ਜਿਹਾ ਸਾਈਡ ਤੇ ਕਰਕੇ ਲੁਕੋ ਕੇ ਆ ਗਏ। ਹਜ਼ੂਰ ਕਹਿੰਦੇ, ਮਰਦਾਨਿਆਂ ਹੋ ਗਿਆ ਤ੍ਰਿਪਤ? ਕਹਿਣ ਲੱਗੇ, ਹਾਂ। ਅੱਗੇ ਤੁਰੀਏ। ਜਾ ਰਹੇ ਸਨ ਤੇ ਜਦੋਂ ਕੋਲ ਪਦਾਰਥ ਆ ਗਿਆ, ਵੇਖੋ ਆਏ ਅਜੇ ਥੋੜੇ ਜਿਹੇ ਫਲ ਤੇ ਗੁਰੂ ਦੀ ਯਾਦ ਘਟ ਗਈ ਤੇ ਫਲਾਂ ਵਿੱਚ ਧਿਆਨ ਆ ਗਿਆ। ਪਦਾਰਥ ਚੀਜ਼ ਹੀ ਐਸੀ ਹੈ, ਸੰਸਾਰ ਦੀ ਪਦਾਰਥ ਹੈ ਹੀ ਐਸਾ। ਸਾਧ ਸੰਗਤ ਦੇ ਵਿੱਚ ਆਇਆ ਨਹੀਂ ਤੇ ਗੁਰੂ ਵੱਲੋਂ ਧਿਆਨ ਟੁੱਟਿਆ ਨਹੀਂ। ਇਸ ਕਰਕੇ ਪੂਰਾ ਜਿਹਾ ਠੀਕ ਹੈ, ਬਹੁਤਾ ਨਹੀਂ। ਕੰਮ ਰੁਕੇ ਨਾ, ਇਸ ਕਰਕੇ ਸਿੱਖ ਇੱਕ ਅਰਦਾਸ ਕਰਦਾ, ਇੰਨਾ ਨਾ ਦਈ ਵੀ ਵਿੱਚ ਹੀ ਡੁੱਬ ਜਾਈਏ, ਪਰਤ ਕੇ ਜਾਗ ਹੀ ਨਾ ਆਵੇ, ਪਰ ਇੰਨਾ ਘੱਟ ਵੀ ਨਾ ਕਰੇ ਵੀ ਚਿੰਤਾ ਵਿੱਚ ਨੀਂਦ ਵੀ ਨਾ ਆਵੇ ਵੀ ਸਵੇਰੇ ਕੀ ਕਰਾਂਗੇ। ਵਿਚਕਾਰ ਜਿਹੀ ਰੱਖ ਜੀਵਨ ਨੂੰ। ਉੱਥੇ ਭਾਈ ਮਰਦਾਨੇ ਨੇ ਫਿਰ ਧਿਆਨ ਸੀ ਤੇ ਥੋੜਾ ਜਿਹਾ ਅੱਗੇ ਜਾ ਕੇ ਨਾ ਕਹਿੰਦੇ ਇੱਕ ਫਲ ਉਹਦੇ ਵਿੱਚੋਂ ਖਾ ਲਿਆ ਜੋ ਬੰਨਿਆ ਹੋਇਆ ਸੀ। ਜਿਉਂ ਹੀ ਖਾਧਾ, ਉਹ ਫਲ ਜਿਹੜਾ ਅੱਤ ਦਾ ਮਿੱਠਾ ਸੀ ਤੇ ਉਹ ਅੱਤ ਦਾ ਕੌੜਾ ਨਿਕਲਿਆ। ਤੇ ਨਾਲੇ ਜਿਉਂ ਹੀ ਖਾਧਾ, ਮਰਦਾਨਾ ਜ਼ਮੀਨ ਤੇ ਬੈਠ ਗਿਆ, ਲੇਟਣ ਲੱਗ ਪਿਆ। ਇੰਨੀ ਦਰਦ ਹੋਈ ਸਰੀਰ ਦੇ ਅੰਦਰ। ਤੇ ਸਤਿਗੁਰਾਂ ਨੇ ਕਿਹਾ, ਮਰਦਾਨਿਆਂ ਤੈਨੂੰ ਕੀ ਹੋਇਆ? ਰੁਕ ਗਏ, ਕੀ ਗੱਲ? ਪਰ ਮਰਦਾਨੇ ਦੇ ਮੂੰਹ ਗੱਲ ਵੀ ਨਹੀਂ ਨਿਕਲਦੀ, ਇੰਨੀ ਦਰਦ। ਕਹਿਣ ਲੱਗਾ, ਮਹਾਰਾਜ ਮੈਨੂੰ ਕੀ ਹੋਇਆ? ਮੈਂ ਥੋੜਾ ਜਿਹਾ ਤੁਹਾਡੇ ਹੁਕਮ ਤੋਂ ਬਾਹਰ ਗਿਆ, ਬਸ ਮੈਨੂੰ ਇਹ ਹੋਇਆ। ਪੁੱਛਿਆ ਕੀ? ਉਹ ਸਾਰੇ ਫਲਾਂ ਵਾਲੀ ਗੰਢ ਖੋਲ ਕੇ ਅੱਗੇ ਰੱਖ ਦਿੱਤੀ। ਕਹਿਣ ਲੱਗੇ, ਇਹਨਾਂ ਵਿੱਚੋਂ ਖਾਧਾ। ਹਜ਼ੂਰ ਕਹਿੰਦੇ, ਮਰਦਾਨਿਆਂ ਤੈਨੂੰ ਕਿਹਾ ਸੀ ਨਾਲ ਨਾ ਬੰਨੀ। ਉੱਥੋਂ ਇੱਕ ਛੋਟੀ ਜਿਹੀ ਬੂਟੀ ਲਈ, ਮਰਦਾਨੇ ਦੇ ਮੂੰਹ ਵਿੱਚ ਪਾਈ, ਉਹਦੀ ਦਰਦ ਹਟ ਗਈ। ਸਤਿਗੁਰਾਂ ਨੇ ਕਿਹਾ, ਮਰਦਾਨੇ ਆਈ ਤੇ ਸੰਸਾਰ ਦੀ ਹਾਲਾਤ ਏ, ਜਿੰਨੀ ਲੋੜ ਏ ਜੇ ਉਹਨਾਂ ਖਾਏ ਤੇ ਇਹ ਚੀਜ਼ਾਂ ਮਿੱਠੀਆਂ ਨੇ, ਵਰਤੋਂ ਠੀਕ ਕਰੇ। ਇਹ ਉਦੋਂ ਕੌੜੀਆਂ ਹੁੰਦੀਆਂ ਨੇ ਜਦੋਂ ਬੰਦਾ ਲੋਭ ਵਿੱਚ ਨਾਲ ਬੰਨ੍ਹਦਾ ਹੈ ਤੇ ਬਹੁਤੀਆਂ ਖਾਂਦਾ, ਫਰਕ ਪੈ ਜਾਂਦਾ। ਪਦਾਰਥ ਗਲਤ ਨਹੀਂ ਕਿਹਾ ਗੁਰੂ ਸਾਹਿਬ ਨੇ। ਮੈਂ ਗੱਲ ਕਰ ਰਿਹਾ ਸੀ ਸਿਰਫ ਕਿ ਜੁੱਤੀ ਸੁਖਦਾਈ ਹੈ, ਜੇ ਉਹਦੇ ਵਿੱਚ ਕਿੱਲ ਨਿਕਲ ਆਇਆ ਤੇ ਉਹਨੇ ਗੁਰੂ ਕੇ ਸਵਾਰੇ ਦੁੱਖ ਦੇਣਾ। ਪਾਣੀ ਸੁਖਦਾਈ ਏ, ਪਰ ਪਾਣੀ ਵੀ ਥੋੜਾ ਜਿਹਾ ਜ਼ਿਆਦਾ ਪੀ ਲਓ ਵੀ ਬੰਦੇ ਦੀ ਸਿਹਤ ਖਰਾਬ ਕਰ ਦਿੰਦਾ। ਪਾਣੀ ਸੁਖਦਾਈ ਏ ਇਸ਼ਨਾਨ ਵਾਸਤੇ, ਉਹਦੇ ਵਿੱਚ ਗੁਰੂ ਕੇ ਸਵਾਰੇ ਉਹ ਜ਼ਿਆਦੇ ਵਿੱਚ ਚਲੇ ਜਾਓ ਤੇ ਡੋਬ ਕੇ ਮਾਰ ਦਿੰਦਾ। ਪਦਾਰਥ ਇਸ ਤਰ੍ਹਾਂ ਦਾ ਸੰਸਾਰ ਦਾ। ਇਸੇ ਤਰ੍ਹਾਂ ਆਪਾਂ ਵੇਖੀਏ ਤੇ ਘਰ ਵਿੱਚ ਦੀਵਾ ਨਾ ਹੋਵੇ ਤੇ ਹਨੇਰੇ ਵਿੱਚ ਦਿਸਦਾ ਕੁਝ ਨਹੀਂ। ਦੀਵਾ ਜਗ ਪਏ ਤੇ ਸਭ ਕੁਝ ਨਜ਼ਰ ਆਉਂਦਾ ਤੇ ਸਭ ਕੁਝ ਵੇਖ ਲਈਦਾ ਹੈ।
पर रब ना करे किते दीवा उसे घर विच डिग पै ते उहदे नाल अग लग जाए। जिस घर दे विच दीवे नाल दिसदा सी उसे दीवे ने घर साड़ के सुवाह कर दिता। पदार्थ दीवे वर्गा है, इहदी लो विच जिंदगी चलदी है बड़ी सोहनी, बस नुकसान उदों करदा जदों असीं गलत थां ते रख दिंदे आ ते इहदे नाल अग लग जांदी। इस करके सिद्धांत दिता है, सतगुरु ने कहा लोड़ लई वरत, जरूरत पूरी कर। छेवें पातशाह नूं शाह दौला फकीर ने कहा सी कि गुरु क्या ते औरत क्या, गुरु क्या ते पुत्र क्या, गुरु क्या ते धन क्या। ते सतगुरां ने जवाब दिता, कहन लगे औरत ईमान है, पुत्र निशान है, दौलत गुजरान है। उन्हें पूछया फिर फकीर क्या ते साजो समान क्या, जो जेड़ा तुहाडे नाल है। कहन लगे फकीर ना हिंदू ना मुसलमान, वो इन्हां चीज़ां तो उच्चा है। तां ਜਿਹੜੀਆਂ चीज़ां साडे नाल नहीं तुरदियां, गुजारे वास्ते रब ने दित्तियां सन, असीं उन्हां नूं जफा मार लिया, इकट्ठा कर लिया। सतगुरु कहंदे नाल इन्हां चलना ही नहीं तेरे, ये तेरा भुलेखा है। तेनू याद रखना चाहिए जिहदे उत्ते तू भरोसा करके बैठा है, ये तो तेरे देश की अगली हद तो अगे नहीं चलते रुपये। दूजे देश में चला जाओ, कहंदे करंसी होर है, ये सिर्फ इत्थे चले, इथों वास्ते रख कोई शक नहीं। पर जिस दुनिया दे विच तू जाना है, उत्थे साहब कहंदे वणज करो वणजारे हो, वखर लेहो समाल, तैसी वस्त विसाही है, जैसी निभ है नाल। जे कोई जिमीदार अपनी गलत फसल लैके मंडी में चला जाए तो जांदियां सार कहंदे वापस लै जाओ, इत्थे नहीं विकनी, खराब है, बीमारी वाली है, इहदे विच नमी ज़्यादा है, इत्थे नहीं विकेगी। इसे तरह जिहड़ा जो कुछ असीं इकट्ठा करके बैठे हाँ, जिदन मौत आई साध संगत उदन अगे उन्हां कहना इन्हां विचों कख भी नहीं चलदा, सारी पराली पिछे सिट दिओ। दसो इहदे पल्ले कोई रब दी याद है कि नहीं, वो चंगा कर्म कीता है कि नहीं संसार दे विच। जे नहीं कीता तो फिर उत्थे प्रवानगी नहीं। इस करके ये सुचेत करते हुए कहंदे साथ ना चालै बिन भजन, वाहिगुरू दे भजन तो बिना, उहदा नाम जपण तो बिना, उहदी बंदगी तो बिना नाल कुछ भी तुरदा नहीं। साथ ना चालै बिन भजन, भजन की है? भजन का अर्थ है सवेरे जाग के थोड़े चिर वास्ते गुरु के शब्द नूं बोलना, उचारण करना ते उहनूं सुनना प्यार नाल, उहदे तो बाद अपनी किरत करनी, सीधा साधा जीवन जिउणा। इहदे वर्गा सुखदाई होर जीवन कोई नहीं। इस करके सुचेत करते हुए कहंदे ने विखिया सगली शार। विखिया दे अर्थ ने जहर, शार दे अर्थ ने सुवाह। कहंदे आ जिहड़े पदार्थां ते तू भरोसा करके बैठा है, सुवाह दा ढेर है, इहदे ते की विश्वास करके तुरना है। तू अपनी जिंदगी दे विच वो चीज़ इकट्ठी कर जिहड़ी तेरे अंदर दा हिस्सा बन जाए, जिहड़ी तेरे नाल इकट्ठी हो जाए। महाराज वो किहड़ी वस्तु है? हजूर कहंदे हर हर नाम कमावना, नानक एह धन सार। वाहिगुरू दे नाम दी कमाई करनी। कमावना दा अर्थ है जपना वार वार। जिवें तुसीं वेखिया होवेगा ना, जदों एक इट्टां बनाउण वाला, घड़े बनाउण वाला कुम्हार जिहड़ा है, घड़ा बनाउण तो पहलां उस मिट्टी नूं कमाउंदा है, उहनूं कहंदे मिट्टी नूं गुन्नना। जिवें आटे नूं गुन्निया जाए तो उहनूं कहंदे इहनूं कमाया जा रहा। जिन्ना उहनूं कमाया जाए उन्नी रोटी चंगी पकदी। जिन्ना मिट्टी नूं गुन्निया जाए कमाया जाए उन्नी इट चंगी बनदी है। ते जिन्ना सिख नाम ज़्यादा जपे उन्ना उहदे विच रंग ज़्यादा बनदा है गुरु दा। नाम जपना वार वार बोलना तां है कि उस शब्द नूं अंदर कमाया जाए। ये फिर एक धन बन जाता उहदे अंदर, उहदी कमाई इकट्ठी हो जाती है। अगे इसे दा विचार किसी सिख ने पूछया, गुरु अर्जन देव पातशाह जी के चरणों में बेनती की कि महाराज ये नाम का धन किवें मिलेगा?
ਸਾਹਿਬ ਕਹਿੰਦੇ ਸੰਤ ਜਨਾ ਮਿਲ ਕਰੋ ਵਿਚਾਰ। ਕਹਿੰਦੇ ਇੱਕ ਖਿਆਲ ਰੱਖਣਾ, ਤੁਸੀਂ ਵੇਖਿਆ ਹੋਵੇਗਾ ਸ਼ਰਾਬੀਆਂ ਦੀ ਸੰਗਤ ਵਿੱਚ ਸ਼ਰਾਬੀ ਬਹਿੰਦੇ ਨੇ, ਇੱਕ ਦੂਜੇ ਨੂੰ ਲੱਭ ਲੈਂਦੇ ਨੇ, ਉਹਨਾਂ ਦਾ ਵੀ ਇੱਕ ਗਰੁੱਪ ਹੈ। ਅਫੀਮੀਆਂ ਦੀ ਸੰਗਤ ਵਿੱਚ ਅਫੀਮੀ ਬਹਿੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਇੱਕ ਦੂਜੇ ਨੂੰ ਸੁੰਘ ਲੈਂਦੇ ਵੀ ਇਹਦੇ ਕੋਲ ਹੈ। ਭੁੱਕੀ ਖਾਣ ਵਾਲਿਆਂ ਦੀ ਉਹ ਸੰਗਤ ਕਰਦੇ ਨੇ ਜਿਹੜੇ ਖੁਦ ਖਾਂਦੇ ਨੇ, ਸਾਰਿਆਂ ਦੇ ਗਰੁੱਪ ਬਣੇ ਹੋਏ ਨੇ। ਜਿਹੜੇ ਜੁਆਰੀ ਨੇ ਉਹ ਜੁਏ ਵਾਲਿਆਂ ਦੀ ਸੰਗਤ ਕਰਦੇ ਨੇ, ਜਿਹੜੇ ਝੂਠੇ ਨੇ ਉਹ ਝੂਠਿਆਂ ਦੀ ਸੰਗਤ ਕਰਦੇ, ਯਾਨੀ ਕਿ ਹਰ ਇੱਕ ਦੇ ਗਰੁੱਪ ਨੇ ਦੁਨੀਆ ਵਿੱਚ, ਤਾਂ ਉਹ ਚੱਲਦੇ ਨੇ, ਸੁਸਾਇਟੀਆਂ ਨੇ ਉਹਨਾਂ ਦੀਆਂ, ਉਹਦੇ ਨਾਲ ਉਹ ਤਾਕਤਵਰ ਹੋ ਜਾਂਦੇ ਨੇ ਤੇ ਨਿਸ਼ਚਿੰਤ ਹੋ ਕੇ ਉਸ ਕੰਮ ਨੂੰ ਕਰਦੇ ਨੇ। ਕਹਿਣ ਲੱਗੇ ਜੇ ਤੂੰ ਨਾਮ ਜਪਣਾ ਤੇ ਨਾਮ ਜਪਣ ਵਾਲਿਆਂ ਦੀ ਸੰਗਤ ਕਰਿਆ ਕਰ, ਜੇ ਇਕੱਲੇ ਨੇ ਕੀਤਾ ਤੇ ਬਹੁਤਾ ਲੰਮਾ ਨਹੀਂ ਤੁਰਨਾ, ਇਕੱਲਾ ਤੂੰ ਅੱਕ ਥੱਕ ਜਾਣਾ। ਇਸ ਕਰਕੇ ਕਹਿੰਦੇ ਸੰਤ ਜਨਾਂ ਮਿਲ, ਜ਼ਰੂਰ ਉਹਨਾਂ ਦੇ ਨਾਲ ਰਿਹਾ ਕਰ ਜਿਹੜੇ ਨਾਮ ਨਾਲ ਜੁੜੇ ਨੇ, ਤੇ ਉਹਨਾਂ ਨਾਲ ਮਿਲ ਕੇ ਕਰੋ ਵਿਚਾਰ, ਵਿਚਾਰ ਕਰਿਆ ਕਰ ਕਿ ਜੀਵਨ ਕੀ ਹੈ, ਗੁਰਬਾਣੀ ਕੀ ਕਹਿ ਰਹੀ ਹੈ। ਫਿਰ ਹੋਰ ਕੀ ਕਰਨਾ ਚਾਹੀਦਾ? ਕਹਿੰਦੇ ਏਕ ਸਿਮਰ ਨਾਮ ਆਧਾਰ। ਜਿਹੜਾ ਨਾਮ ਤੈਨੂੰ ਪੰਜ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਹਾ ਨਾ, ਬੋਲ ਕੇ ਵੀ ਮੇਰੇ ਪਿੱਛੇ ਪਿੱਛੇ ਬੋਲ, ਇਹਨੂੰ ਆਪਣੀ ਰਸਨਾ ਨਾਲ ਜਪ ਤੇ ਮਨ ਵਿੱਚ ਯਾਦ ਰੱਖ ਸਾਰਾ ਦਿਨ। ਸਾਹਿਬ ਕਹਿੰਦੇ ਅਵਰ ਉਪਾਵ ਸਭ ਮੀਤ ਵਿਸਾਰੋ। ਕਹਿੰਦੇ ਹੋਰ ਭਰੋਸਾ ਛੱਡ ਦੇ, ਹੋਰ ਉਪਾਵ ਛੱਡ ਦੇ। ਆ ਉਪਾਵ ਕਿੰਨੇ ਤੁਸੀਂ ਵਹਿੰਦੇ ਹੋ ਸੰਸਾਰ ਵਿੱਚ? ਬੰਦਾ ਹੁੰਦਾ ਗੁਰਦੁਆਰੇ ਵੇ, ਉਪਾਅ ਕਿਸੇ ਦੱਸਿਆ ਹੁੰਦਾ ਹੈ, ਕੋਈ ਕਹਿੰਦਾ ਜਾਂ ਗੁਰਦੁਆਰੇ ਦਾਲ ਦੇ ਕੇ ਆ ਫਲਾਣੇ ਰੰਗ ਦੀ। ਤੁਸੀਂ ਵੇਖਿਆ ਹੋਵੇਗਾ, ਮੈਂ ਹੈਰਾਨ ਹੋ ਗਿਆ, ਇੱਕ ਗੁਰਦੁਆਰੇ ਵਿੱਚ ਇੱਕ ਦਿਨ ਖਾਸ ਰੰਗ ਦੀ ਦਾਲ, ਦੂਜੇ ਦਿਨ ਦੂਜੇ ਰੰਗ ਦੀ। ਮੈਂ ਕਿਹਾ ਵੀ ਇੱਕੋ ਜੀ ਦਾਲ ਚੜ੍ਹਦੀ, ਗੱਲ ਕੀ? ਕਹਿੰਦੇ ਜੀ ਪੰਡਤ ਜੀ ਨੇ ਦੱਸਿਆ। ਹੱਦ ਹੋ ਗਈ, ਫਿਰ ਮੰਗਣਾ ਗੁਰੂ ਗ੍ਰੰਥ ਸਾਹਿਬ ਤੋਂ ਤੇ ਦਾਲ ਪੰਡਤ ਨੂੰ ਪੁੱਛ ਕੇ ਲਿਆਉਣੀ ਹੈ। ਇਹਨੂੰ ਕਹਿੰਦੇ ਉਪਾਵ ਕਰਨਾ। ਹਜ਼ੂਰ ਕਹਿੰਦੇ ਉਪਾਵ ਕਰਨਾ ਹੈ, ਤੇ ਜਿਹੜਾ ਉਪਾਅ ਤੈਨੂੰ ਗੁਰੂ ਨੇ ਦੱਸਿਆ ਨਾ, ਬਾਣੀ ਪੜ੍ਹ, ਸੇਵਾ ਕਰ, ਇਹ ਦੋ ਉਪਾਅ ਦੱਸੇ ਨੇ ਸਤਿਗੁਰਾਂ ਨੇ, ਇਹਨਾਂ ਨੂੰ ਧਾਰਨ ਕਰ, ਹੋਰਨਾਂ ਤੇ ਭਰੋਸਾ ਨਾ ਕਰੀ, ਨਹੀਂ ਤੇ ਗੁਰੂ ਨੇ ਫਿਰ ਤੇਰੀ ਇਮਦਾਦ ਨਹੀਂ ਕਰਨੀ, ਕਿਉਂਕਿ ਤੂੰ ਉਹਦੇ ਤੇ ਭਰੋਸਾ ਨਹੀਂ ਕੀਤਾ। ਹੋਰ ਸਾਰੇ ਉਪਾਅ ਛੱਡ ਕੇ ਸਾਹਿਬ ਕਹਿੰਦੇ ਅਵਰ ਉਪਾਵ ਸਭ ਮੀਤ ਵਿਸਾਰੋ। ਮੀਤ ਦਾ ਅਰਥ ਹੈ ਮਿੱਤਰ, ਹੇ ਦੋਸਤ, ਬਾਕੀ ਦੇ ਸਾਰੇ ਉਪਾਅ ਮਨ ਵਿੱਚੋਂ ਕੱਢ ਦੇ। ਕਿਹੜਾ ਉਪਾਅ ਕਰੀਏ? ਹਜ਼ੂਰ ਕਹਿੰਦੇ ਚਰਨ ਕਮਲ ਰਿਦ ਮਾਹੇ ਉਰ ਧਾਰੋ। ਅਕਾਲ ਪੁਰਖ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈ, ਸਦਾ ਵਾਸਤੇ ਉਹਦਾ ਨਾਮ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖ। ਕਰਨ ਕਾਰਨ ਸੋ ਪ੍ਰਭ ਸਮਰੱਥ। ਇੱਕ ਸ਼ੰਕਾ, ਇੱਕ ਚਿੰਤਾ ਸਾਡੇ ਮਨ ਵਿੱਚ ਰਹਿੰਦੀ ਹੈ ਕਿ ਪਤਾ ਨਹੀਂ ਕੱਲ੍ਹ ਕੀ ਹੋਵੇਗਾ, ਜੀਵਨ ਵਿੱਚ ਕੀ ਹੋ ਸਕਦਾ ਹੈ। ਸਤਿਗੁਰੂ ਕਹਿੰਦੇ ਜਿਸ ਪ੍ਰਭੂ ਨਾਲ ਤੂੰ ਜੁੜਿਆ ਹੈ, ਉਹ ਕਰਨ ਕਾਰਨ, ਉਹ ਆਪ ਵੀ ਕਰ ਸਕਦਾ ਹੈ ਤੇ ਕਿਸੇ ਤੋਂ ਕਰਾ ਵੀ ਸਕਦਾ ਹੈ। ਉਹਦੇ ਵਿੱਚ ਦੋ ਗੁਣ ਨੇ, ਆਪ ਵੀ ਕਰ ਲੈਂਦਾ ਵਰਤ ਕੇ, ਕਰਾ ਵੀ ਸਕਦਾ ਹੈ। ਆ ਭਗਤ ਕਬੀਰ ਸਾਹਿਬ ਨੂੰ ਨਦੀ ਵਿੱਚ ਸਿੱਟ ਦਿੱਤਾ ਸਮੇਂ ਦੀ ਸਰਕਾਰ ਨੇ ਗ੍ਰਿਫਤਾਰ ਕਰਕੇ। ਉਹਨਾਂ ਨੇ ਇੱਕੋ ਹੀ ਉਪਾਅ ਕੀਤਾ, ਉਹਨੂੰ ਯਾਦ ਕੀਤਾ ਤੇ ਕਹਿੰਦੇ ਗੰਗ ਗੁਸਾਇਨ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਕਬੀਰ ਸਾਹਿਬ ਨੂੰ ਜੰਜੀਰਾਂ ਬੰਨ੍ਹ ਕੇ ਪਾਣੀ ਵਿੱਚ ਸੱਟ ਦਿੱਤਾ, ਗੰਗਾ ਦੇ ਪਾਣੀ ਵਿੱਚ, ਡੂੰਘੇ ਵਿੱਚ। ਉਹਨਾਂ ਨੇ ਅਕਾਲ ਪੁਰਖ ਨੂੰ ਯਾਦ ਕੀਤਾ ਤੇ ਫਿਰ ਉਹਨਾਂ ਨੇ ਸਾਧ ਸੰਗਤ ਜੀ ਇਹ ਬਚਨ ਕਹਿ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਾ ਸਮਾਏ। ਉਹਨਾਂ ਦਾ ਮਨ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਚੁੱਕਾ ਸੀ, ਇਸ ਕਰਕੇ ਉਹਨੇ ਸਹਾਇਤਾ ਕੀਤੀ। ਸਤਿਗੁਰੂ ਕਹਿੰਦੇ ਜੇ ਤੂੰ ਨਾਮ ਨਾਲ ਜੁੜਨਾ ਹੈ ਤੇ ਆਪਣੇ ਵਾਹਿਗੁਰੂ ਨੂੰ ਪਹਿਲਾਂ ਤੇ ਸਮਰੱਥ ਸਮਝ ਕਿ ਉਹਦੇ ਵਿੱਚ ਤਾਕਤ ਹੈ, ਉਹਦੇ ਵਿੱਚ ਸ਼ਕਤੀ ਹੈ। ਗੁਰੂ ਨੂੰ ਸਮਰੱਥ ਸਮਝ ਤਾਂ ਤੇਰੀ ਉਹ ਸਹਾਇਤਾ ਕਰੇਗਾ, ਕਿਉਂਕਿ ਸਹਾਇਤਾ ਬਾਹਰੋਂ ਉਹ ਚੀਜ਼ ਕਰਦੀ ਏ ਜਿਹਦਾ ਅੰਦਰ ਸਾਡੇ ਕੇਂਦਰ ਬਿੰਦੂ ਹੋਵੇ। ਖਿਆਲ ਰੱਖ, ਕਈ ਵਾਰੀ ਅਸੀਂ ਕਹਿੰਦੇ ਹਾਂ ਗੁਰਬਾਣੀ ਵਿੱਚ ਇੰਨੀ ਤਾਕਤ ਨਹੀਂ ਆ ਜਿੰਨੀ ਹੋਰ ਗੱਲਾਂ ਵਿੱਚ ਤਾਕਤ। ਸਾਧ ਸੰਗਤ ਜੀ ਇਹਦਾ ਇੱਕੋ ਕਾਰਨ ਹੈ, ਬਾਹਰੋਂ ਸਹਾਇਤਾ ਉਹੀ ਵਸਤੂ ਕਰ ਸਕਦੀ ਏ
ਜਿਹਦੀ ਧਾਰਨਾ ਸਾਡੇ ਮਨ ਵਿੱਚ ਬਣੇਗੀ, ਜਿਹਦਾ ਕੇਂਦਰ ਸਾਡੇ ਮਨ ਵਿੱਚ ਹੋਵੇਗਾ। ਨਹੀਂ ਤੇ ਬਾਹਰ ਜੋ ਮਰਜ਼ੀ ਤੁਰਿਆ ਫਿਰੇ, ਉਹ ਸਾਡੇ ਨਾਲ ਕਨੈਕਸ਼ਨ ਹੀ ਨਹੀਂ ਕਰਦਾ। ਤੁਸੀਂ ਕਈ ਵਾਰੀ ਵੇਖੋਗੇ ਸਾਡੇ ਘਰ ਦੇ ਆਲੇ ਦੁਆਲੇ ਕੀੜੀਆਂ ਕਿੰਨੀਆਂ ਹੁੰਦੀਆਂ ਨੇ, ਪਰ ਉਹ ਉਹਨਾਂ ਚਿਰ ਨਹੀਂ ਆਉਂਦੀਆਂ ਜਿੰਨਾ ਚਿਰ ਅਸੀਂ ਆਪਣੇ ਘਰ ਵਿੱਚ ਮਿੱਠਾ ਨਹੀਂ ਖਿਲਾਰਦੇ, ਖੰਡ ਨਹੀਂ ਖਿਲਾਰਦੇ। ਉਹਨਾਂ ਕੀੜੀਆਂ ਦੀ ਖੁਰਾਕ ਅੰਦਰ ਪਾਈ ਤੇ ਤਾਂ ਅੰਦਰ ਵੜੀਆਂ। ਉਹ ਜੀਵਨ ਨਾਲ ਸਾਡੇ ਨਾਲ ਜੋ ਵੀ ਕਨੈਕਸ਼ਨ ਹੁੰਦਾ ਹੈ, ਉਹ ਕਿਤੇ ਨਾ ਕਿਤੇ ਸਾਡੇ ਨਾਲ ਸੰਬੰਧ ਹੁੰਦਾ ਉਹਦੇ ਮਨ ਦਾ। ਅਸੀਂ ਵਿੱਚੋਂ ਕਿਤੇ ਉਹਨੂੰ ਸੱਦਾ ਦਿੰਦੇ ਹਾਂ ਤਾਂ ਉਹ ਆਉਂਦਾ। ਜਿਹੜੀ ਚੀਜ਼ ਮਨੋਂ ਕੱਢ ਦਿੱਤੀ ਉਹ ਸਾਡੇ ਤੇ ਕਦੀ ਪ੍ਰਭਾਵ ਨਹੀਂ ਪਾ ਸਕੇ। ਕੋਈ ਵੀ ਚੀਜ਼, ਸਰੀਰ ਦੀਆਂ ਆਦਤਾਂ ਨੇ, ਅਸੀਂ ਕਹਿੰਦੇ ਹਾਂ ਸਰੀਰ ਦੀਆਂ ਆਦਤਾਂ, ਖਾਣਾ ਪੀਣਾ ਘਟਾਓ, ਇਹ ਕਰੋ ਉਹ ਕਰੋ, ਠੀਕ ਹੈ, ਚੰਗੀਆਂ ਚੀਜ਼ਾਂ ਨੇ, ਪਰਹੇਜ਼ ਕਰਨਾ ਚਾਹੀਦਾ, ਵਰਤ ਰੱਖੋ। ਪਰ ਸਾਧ ਸੰਗਤ ਜੀ, ਮਨੁੱਖ ਦੇ ਦਿਮਾਗ ਦੇ ਵਿੱਚ ਵਿਗਿਆਨ ਟੈਸਟ ਕਰ ਦਿੰਦਾ ਹੁਣ ਇਸ ਚੀਜ਼ ਨੂੰ, ਵੀ ਇਹਦੇ ਦਿਮਾਗ ਦੀਆਂ ਨਾੜੀਆਂ ਦੇ ਵਿੱਚ ਉਸ ਵਸਤੂ ਦੀ ਤਸਵੀਰ ਬਣੀ ਹੋਈ ਹੈ ਤਾਂ ਇਹ ਬਾਹਰੋਂ ਖਿੱਚ ਰਿਹਾ ਉਸ। ਜਿੱਦਣ ਸਾਡੇ ਮਨ ਦੇ ਵਿੱਚੋਂ ਕੋਈ ਚੀਜ਼ ਨਿਕਲ ਜਾਏਗੀ, ਭਾਵੇਂ ਉਹ ਕੋਈ ਖਾਣਾ ਪੀਣਾ ਸਰੀਰ ਦਾ, ਭਾਵੇਂ ਉਹ ਕੋਈ ਹੋਰ ਚੀਜ਼ ਹੈ, ਜੋ ਅਸੀਂ ਛੱਡਣਾ ਚਾਹੁੰਦੇ ਹਾਂ ਉਹਨੂੰ ਸਾਨੂੰ ਮਨ ਵਿੱਚੋਂ ਵਾਸ਼ ਕਰਨਾ ਪਏਗਾ, ਧੋਣਾ ਪਏਗਾ। ਜਦੋਂ ਵਿੱਚੋਂ ਨਿਕਲ ਗਈ ਫਿਰ ਪਰਤ ਕੇ ਮਨ ਉੱਧਰ ਨਹੀਂ ਜਾਏਗਾ, ਉਹਨੂੰ ਖਿੱਚੇਗਾ ਨਹੀਂ। ਇਸ ਕਰਕੇ ਹਰ ਇੱਕ ਚੀਜ਼ ਦਾ ਕੇਂਦਰ ਸਾਡੇ ਮਨ ਵਿੱਚ ਹੁੰਦਾ ਤਾਂ ਬਾਹਰ ਉਹਦੇ ਨਾਲ ਸੰਬੰਧ ਬਣਦਾ। ਤਾਂ ਇੱਥੇ ਸਤਿਗੁਰੂ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ, ਇਹਦੇ ਉੱਤੇ ਵਿਸ਼ਵਾਸ ਕਰ। ਫਿਰ ਕਰ ਕਹਿੰਦੇ ਦ੍ਰਿੜ ਕਰ ਗਹੋ ਨਾਮ ਹਰ ਵਤ। ਦ੍ਰਿੜ ਸ਼ਬਦ ਬਹੁਤ ਪਿਆਰਾ ਹੈ। ਜਿੰਨਾ ਚਿਰ ਦ੍ਰਿੜਤਾ ਨਾ ਆਵੇ, ਦੋ ਸ਼ਬਦ ਨੇ, ਇੱਕ ਕੱਟੜਤਾ ਤੇ ਇੱਕ ਦ੍ਰਿੜਤਾ। ਸਿੱਖੀ ਦੇ ਵਿੱਚ ਕੱਟੜਤਾ ਨਹੀਂ, ਪਰ ਸਿੱਖੀ ਦੇ ਵਿੱਚ ਦ੍ਰਿੜਤਾ ਹੈ। ਦ੍ਰਿੜਤਾ ਦੇ ਅਰਥ ਨੇ ਕਿ ਜਿਹੜੇ ਕੰਮ ਨੂੰ ਕਰਨਾ ਉਹਨੂੰ ਇਰਾਦੇ ਨਾਲ ਪਕੜ ਲੈਣਾ, ਚੰਗੀ ਤਰ੍ਹਾਂ 100% ਫੈਸਲਾ ਕਰ ਲੈਣਾ। ਜੇ ਉਹਦੇ ਵਿੱਚ ਢਿੱਲ ਰਹੇਗੀ ਥੋੜ੍ਹੀ ਜਿਹੀ, ਉਸ ਵਿਰਲ ਦੇ ਵਿੱਚੋਂ ਬੜਾ ਕੁਝ ਚਲਾ ਜਾਏਗਾ। ਤੁਸੀਂ ਵੇਖਿਆ ਹੋਵੇਗਾ ਕਿੰਨਾ ਵੱਡਾ ਬੰਨ੍ਹ ਹੁੰਦਾ ਹੈ, ਨਹਿਰ ਦੀ ਪਟੜੀ ਹੈ, ਕਿੰਨਾ ਪਾਣੀ ਵਗ ਰਿਹਾ ਉਹਦੇ ਵਿੱਚ, ਤੇ ਕਈ ਵਾਰੀ ਉਹਦੇ ਵਿੱਚੋਂ ਥੋੜ੍ਹਾ ਜਿਹਾ ਬਿਲਕੁਲ ਸੁਰਾਖ ਹੋ ਜਾਏ, ਕਿਤੇ ਛੋਟਾ ਜਿਹਾ, ਜਿਹਦੇ ਵਿੱਚੋਂ ਇੱਕ ਇੱਕ ਬੂੰਦ ਸਿਮਣ ਲੱਗ ਪਏ ਪਾਣੀ ਦੀ। ਉਹ ਇੱਕ ਇੱਕ ਬੂੰਦ ਪਹਿਲਾਂ ਥੋੜ੍ਹਾ ਚਿਰ ਵਗਦੀ ਹੈ, ਫਿਰ 2 ਹੋ ਜਾਂਦੀਆਂ ਨੇ, ਫਿਰ 3, ਫਿਰ 4, ਫਿਰ ਪਾਣੀ ਵੱਧ ਜਾਂਦਾ ਹੈ, ਤੇ ਥੋੜ੍ਹੇ ਸਮੇਂ ਵਿੱਚ ਉਹ ਸਾਰੇ ਦਾ ਸਾਰਾ ਪਾਣੀ ਉਸ ਵੱਡੇ ਬੰਨ੍ਹ ਨੂੰ ਰੋੜ ਕੇ ਖਤਮ ਕਰ ਦਿੰਦਾ ਹੈ, ਤੇ ਸਾਰਾ ਪਾਣੀ ਉਹਦੇ ਵਿੱਚੋਂ ਨਿਕਲ ਜਾਂਦਾ। ਇਸੇ ਤਰ੍ਹਾਂ ਜੀਵਨ ਦੇ ਵਿੱਚ ਜਦੋਂ ਸਾਡਾ ਜੀਵਨ ਦ੍ਰਿੜਤਾ ਤੋਂ ਖਾਲੀ ਹੁੰਦਾ, ਲੂਜ ਹੋ ਜਾਂਦਾ ਹੈ, ਉਹਦੇ ਵਿੱਚ ਸੁਰਾਖ ਹੋ ਜਾਂਦੇ ਨੇ, ਤਾਂ ਉਹ ਫਿਰ ਸਾਰਾ ਜੀਵਨ ਵਹਿ ਜਾਂਦਾ, ਬੇਤਾਕਤ ਹੋ ਜਾਂਦਾ ਹੈ। ਜਿਵੇਂ ਬੇੜੀ ਬਹੁਤ ਮਹਾਨ ਹੈ, ਉਹਦਾ ਛੋਟਾ ਜਿਹਾ ਸੁਰਾਖ ਉਹਨੂੰ ਡੋਬਣ ਵਿੱਚ ਸਹਾਇਕ ਹੋ ਜਾਂਦਾ। ਇਸੇ ਤਰ੍ਹਾਂ ਮਨ ਹੈ, ਜਿਹਨੂੰ ਕਬੀਰ ਸਾਹਿਬ ਕਹਿੰਦੇ ਕਿ ਇਹ ਮਨ ਦੀ ਬੇੜੀ ਵਿੱਚ ਸੁਰਾਖ ਨਾ ਹੋਵੇ। ਸੁਰਾਖ ਜਿਹੜੇ ਨੇ ਉਹ ਸਹਿਜੇ ਸਹਿਜੇ ਫਿਰ ਜੀਵਨ ਨੂੰ ਡੋਬ ਦਿੰਦੇ। ਸੁਰਾਖ ਛੋਟਾ ਜਿਹਾ ਵੀ ਖਤਰਨਾਕ, ਸ਼ੰਕਾ ਛੋਟਾ ਜਿਹਾ ਵੀ ਖਤਰਨਾਕ। ਇਸ ਕਰਕੇ ਕਹਿੰਦੇ ਕਿ ਦ੍ਰਿੜ ਕਰ ਗਹੋ, ਛੋਟਾ ਜਿਹਾ ਸ਼ੰਕਾ ਵੀ ਮਨ ਵਿੱਚ ਨਾ ਰਹੇ, ਉਹ ਵੀ ਖਤਰਾ ਹੋ ਸਕਦਾ। ਤਾਂ ਪੂਰਾ ਗੁਰੂ ਸਿੱਖ ਦੇ ਸ਼ੰਕਿਆ ਨੂੰ ਮਿਟਾ ਦਿੰਦਾ, ਅੰਦਰੋਂ ਸੁਰਾਖਾਂ ਨੂੰ ਖਤਮ ਕਰ ਦਿੰਦਾ। ਉਹ ਗੁਰਸਿੱਖ ਇਰਾਦੇ ਨਾਲ ਦ੍ਰਿੜ ਕਰਕੇ, ਗਹੋ ਦਾ ਅਰਥ ਹੈ ਪਕੜ ਲਵੋ, ਨਾਮ ਹਰ ਵਤ, ਇਸ ਨਾਮ ਦੀ ਪੂੰਜੀ ਨੂੰ ਪੂਰੀ ਪਕਿਆਈ ਨਾਲ ਪਕੜਨਾ ਕਰੋ। ਹਜ਼ੂਰ ਕਹਿੰਦੇ ਇਹ ਧਨ ਸੰਚੋ ਹੋਵੋ ਭਗਵੰਤ। ਇਸ ਧਨ ਨੂੰ, ਨਾਮ ਦੇ ਧਨ ਨੂੰ, ਸੰਚੋ ਦਾ ਅਰਥ ਇਕੱਠਾ ਕਰੋ ਤੇ ਤੁਸੀਂ ਬਹੁਤ ਅਮੀਰ ਹੋ ਜਾਓਗੇ, ਬੜੇ ਧਨਵਾਨ ਹੋ ਜਾਓਗੇ ਅੰਦਰੋਂ ਬਾਹਰੋਂ। ਸੰਤ ਜਨਾ ਕਾ ਨਿਰਮਲ ਮੰਤ। ਮੰਤ ਦਾ ਅਰਥ ਇੱਥੇ ਹੈ ਸਲਾਹ। ਕਿਤੇ ਮੰਤ ਦਾ ਅਰਥ ਹੋਏਗਾ ਗੁਰ ਮੰਤਰ ਜੋ ਜਪਿਆ ਜਾਂਦਾ ਹੈ। ਕਹਿੰਦੇ ਸਲਾਹ ਲੈਣੀ ਹੈ ਤੇ ਰੱਬ ਦੇ ਪਿਆਰਿਆਂ ਦੀ ਲਈ, ਕਿਉਂਕਿ ਸਲਾਹ ਬੰਦੇ ਨੂੰ ਡੇਗ ਦਿੰਦੀ। ਖਿਆਲ ਰੱਖਣਾ, ਜਿਹੜੀ ਸਲਾਹ ਹੈ ਨਾ, ਆ ਇੱਕ ਸ਼ਬਦ ਵਰਤਿਆ ਜਾਂਦਾ ਮੰਤਰੀ। ਅਸੀਂ ਕਹਿੰਦੇ ਹਾਂ ਫਲਾਣਾ ਬਾਦਸ਼ਾਹ, ਇਹ ਉਹਦਾ ਮੰਤਰੀ ਹੈ। ਮੰਤਰੀ ਦਾ ਮਤਲਬ ਹੁੰਦਾ ਸਲਾਹਕਾਰ। ਆਦਮੀ ਬਿਲਕੁਲ ਇੱਕ ਕੰਮ ਕਰਨ ਵਾਸਤੇ ਜਾ ਰਿਹਾ ਹੋਵੇ ਤੇ ਜੇ ਸਲਾਹ ਮਾੜੀ ਦੇ ਦਿਓ ਤੇ ਉਹਦਾ ਮਨ ਦੁਬਦਾ ਵਿੱਚ, ਜੇ ਸਲਾਹ ਚੰਗੀ ਦੇ ਦਿਓ ਤੇ ਉਹਦੇ ਵਿੱਚ ਵੱਧ ਜਾਂਦਾ। ਇਸੇ ਤਰ੍ਹਾਂ
ਕਹਿੰਦੇ ਸਲਾਹ ਉਹਨਾਂ ਦੀ ਲੈ ਜੋ ਤੇਰਾ ਭਲਾ ਚਾਹੁੰਦੇ ਨੇ। ਜਿਹੜੇ ਲੋਕ ਤੇਰੇ ਜੀਵਨ ਨੂੰ ਡੇਗਣਾ ਚਾਹੁੰਦੇ ਉਹਨਾਂ ਦੀ ਕਦੀ ਸਲਾਹ ਨਾ ਲਈ, ਉਹ ਆਪ ਡਿੱਗੇ ਹੋਏ ਨੇ, ਦੂਜਿਆਂ ਨੂੰ ਡੇਗਣਾ ਚਾਹੁੰਦੇ। ਦਿੜ ਕਰ ਕਹੋ ਸੰਤ ਜਨਾਂ ਕਾ ਨਿਰਮਲ ਮੰਤ। ਰੱਬ ਦੇ ਪਿਆਰਿਆਂ ਦੀ ਸਲਾਹ ਮੈਲ ਰਹਿਤ ਯਾਨੀ ਕਿ ਨੁਕਸਾਨਦਾਇਕ ਨਹੀਂ ਹੁੰਦੀ। ਸਾਹਿਬ ਕਹਿੰਦੇ ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਜਿਨ੍ਹਾਂ ਗੁਰਮੁਖਾਂ ਨੇ ਆਪਣਾ ਤਨ ਮਨ ਗੁਰੂ ਨੂੰ ਸੌਂਪ ਦਿੱਤਾ, ਇੱਕ ਤੇ ਆਸ ਰੱਖੀ, ਉਹਨਾਂ ਦੇ ਸਾਰੇ ਰੋਗ ਉਹ ਆਪ ਹਟਾ ਦਿੰਦਾ, ਖਤਮ ਕਰ ਦਿੰਦਾ ਹੈ। ਜਿਸ ਧਨ ਕੋ ਚਾਰ ਕੁੰਟ ਉਠ ਧਾਵੈ। ਕਈ ਵਾਰੀ ਮਨੁੱਖ ਸੋਚਦਾ ਜੇ ਧਰਮੀ ਹੋ ਗਏ ਧਨ ਘਟ ਜਾਏਗਾ। ਸਤਿਗੁਰੂ ਕਹਿੰਦੇ ਤੈਨੂੰ ਧਨ ਚਾਹੀਦਾ, ਜੇ ਧਨ ਚਾਹੀਦਾ ਉਹ ਵੀ ਧਰਮ ਵਿੱਚੋਂ ਮਿਲ ਜਾਏਗਾ, ਉਹਦੇ ਵਾਸਤੇ ਕੋਈ ਬਹੁਤੀ ਵੱਡੀ ਗੱਲ ਨਹੀਂ। ਇਹ ਤੇ ਫੋਕ ਹੈ, ਉਹਦਾ ਨਾਮ ਦਾ ਫੋਕ ਹੈ, ਨਾਮ ਦੀ ਮੈਲ ਹੈ ਸੰਸਾਰ। ਜਿਵੇਂ ਆਪਾਂ ਝੋਨਾ ਵੱਢਦੇ ਹਾਂ ਤੇ ਪਰਾਲੀ ਆਪਣੇ ਆਪ ਉੱਥੇ ਪਈ ਰਹਿੰਦੀ ਏ, ਇਹ ਸੰਸਾਰ ਦਾ ਧਨ ਜਿਹੜਾ ਸਾਧ ਸੰਗਤ, ਇਹ ਤਾਂ ਫੋਕ ਹੈ ਨਾਮ ਦਾ, ਜਿੰਨਾ ਮਰਜ਼ੀ ਇਕੱਠਾ ਕਰ ਲਓ। ਪਰ ਗੁਰਸਿੱਖ ਇਹਨੂੰ ਸਮਝ ਲੈਂਦਾ ਹੈ, ਲੋੜ ਵਾਸਤੇ ਇਹਦੀ ਵਰਤੋਂ ਕਰ ਲੈਂਦਾ ਹੈ। ਇਹ ਕੋਈ ਜੀਵਨ ਨਹੀਂ, ਜਿੰਨਾ ਚਿਰ ਨਹੀਂ ਮਿਲਿਆ ਉਹਨਾਂ ਚਿਰ ਲੱਗਦਾ ਜੀਵਨ ਇਹਦੇ ਵਿੱਚ ਹੈ। ਜਿਨ੍ਹਾਂ ਨੂੰ ਮਿਲਿਆ ਉਹਨਾਂ ਨੂੰ ਪੁੱਛ ਕੇ ਵੇਖੋ ਕਿੰਨਾ ਕੁ ਇਹਦੇ ਵਿੱਚ ਸਕੂਨ ਹੈ, ਕਿੰਨੀ ਕੁ ਸ਼ਾਂਤੀ ਹੈ। ਹੜ ਆ ਗਿਆ ਧਨ ਦਾ, ਅੰਬਾਰ ਲੱਗ ਗਏ। ਪਿੱਛੇ ਜੇ ਇੱਕ ਮੁਲਾਂਕਣ ਕੀਤਾ ਗਿਆ ਵੀ ਜਿਹੜੇ ਲੋਕਾਂ ਦੀਆਂ ਲਾਟਰੀਆਂ ਨਿਕਲਦੀਆਂ ਨਾ, ਤੁਸੀਂ ਕਈ ਵਾਰੀ ਸੁਣੋਗੇ ਫਲਾਣੇ ਦੀ 10 ਕਰੋੜ ਦੀ ਨਿਕਲੀ, ਉੱਥੇ ਕੈਨੇਡਾ ਵਿੱਚ ਇੱਕ ਦੀ 80 ਕਰੋੜ ਦੀ ਨਿਕਲੀ ਸੀ। ਕਿੰਨਾ ਧਨ ਮਿਲਿਆ ਇੱਕਦਮ। ਤੇ ਜਦੋਂ ਬੰਦਾ ਸੁਣਦਾ ਹੈ ਨਾ ਤੇ ਮੱਥੇ ਤੇ ਹੱਥ ਜਿਹਾ ਰੱਖਦਾ, ਇਹਦੇ ਨੰਬਰ ਤੇ ਕਿਤੇ ਮੈਂ ਪਾ ਦਿੰਦਾ, ਗੱਲ ਬਣ ਜਾਂਦੀ। ਪਰ ਪਿੱਛੇ ਜੈ ਸਾਧ ਸੰਗਤ ਕਿਸੇ ਨੇ ਉਦਮ ਕਰਕੇ ਜਿਨ੍ਹਾਂ ਦੀ ਲਾਟਰੀ ਨਿਕਲੀ ਸੀ ਨਾ, ਉਹਨਾਂ ਦੇ ਜੀਵਨ ਦਾ ਸਰਵੇਖਣ ਕੀਤਾ ਵੀ ਹੁਣ ਕਿਵੇਂ ਰਹਿੰਦੇ ਨੇ ਤੇ ਪਹਿਲਾਂ ਕਿਵੇਂ ਸਨ ਜਦੋਂ ਲਾਟਰੀ ਨਹੀਂ ਸੀ ਨਿਕਲੀ, ਆਮ ਬੰਦੇ ਵਾਂਗ ਸਨ। ਉਹਨਾਂ ਨੇ ਸਰਵੇਖਣ ਕੀਤਾ ਹੈ ਤੇ ਉਹਨਾਂ ਤੋਂ ਜਾ ਕੇ ਪੁੱਛਿਆ। ਉਹ ਕਹਿੰਦੇ ਵੀ ਜਦੋਂ ਸਾਡੀ ਇਹ ਲਾਟਰੀ ਨਹੀਂ ਸੀ ਨਿਕਲੀ, ਇਹਨਾਂ ਕਰੋੜਾਂ ਦੇ ਹਿਸਾਬ ਨਾਲ ਧਨ ਨਹੀਂ ਸੀ, ਉਦੋਂ ਸਾਡਾ ਜੀਵਨ ਖੁਸ਼ੀ ਵਿੱਚ ਸੀ। ਪਰ ਜਦੋਂ ਦਾ ਇਹ ਬਹੁਤਾ ਧਨ ਆਇਆ, ਪਹਿਲਾਂ ਸਾਲ ਕੁ ਲੱਗਾ ਕਿ ਬਹੁਤ ਕੁਝ ਆ ਗਿਆ, ਪਰ ਪਰਤ ਕੇ ਬਿਲਕੁਲ ਜੀਵਨ ਇਸ ਤਰ੍ਹਾਂ ਹੋ ਗਿਆ ਜਿਵੇਂ ਵਿਆਹ ਪ੍ਰਸ਼ਾਦਾ ਹੁੰਦਾ, ਖੁਸ਼ੀ ਖਤਮ ਹੋ ਗਈ। ਧਨ ਦਾ ਇਹ ਨਿਯਮ ਹੈ ਖਿਆਲ ਰੱਖਣਾ, ਜਿੱਥੇ ਆਏਗਾ ਜੇ ਧਰਮ ਨਾਲ ਨਾ ਹੋਇਆ ਉੱਥੇ ਸੋਗ ਲੈ ਕੇ ਆਏਗਾ, ਗਮ ਲੈ ਕੇ ਆਏਗਾ। ਜੇ ਤੇ ਉੱਥੇ ਧਰਮ ਹੈ ਨਾਲ, ਫਿਰ ਭਾਵੇਂ ਸਾਰੀ ਧਰਤੀ ਸੋਨੇ ਦੀ ਹੋ ਜਾਏ, ਕੋਈ ਹਰਜ ਨਹੀਂ। ਫਿਰ ਕੁਝ ਵੀ ਹੋਵੇ ਉਹਦਾ ਕੋਈ ਪ੍ਰਭਾਵ ਨਹੀਂ। ਪਰ ਤੁਸੀਂ ਵੇਖੋਗੇ ਕਰੋੜਾਂ ਪਤੀ ਲੱਖਾਂ ਪਤੀ ਆਦਮੀ ਬੈਠੇ ਹੋਣਗੇ ਗੱਦੀ ਤੇ, ਜਾ ਕੇ ਵੇਖੋ ਚਿਹਰੇ ਤੋਂ ਇੰਝ ਲੱਗਦਾ ਜਿੰਨੀ ਮੁਸੀਬਤ ਇਹਨਾਂ ਨੂੰ ਪਈ ਹੋਰ ਕਿਸੇ ਨੂੰ ਹੈ ਹੀ ਨਹੀਂ। ਇੰਨਾ ਸੋਗ ਕਿਉਂ? ਕਿਉਂਕਿ ਧਨ ਦਾ ਵਿਗਿਆਨ ਹੀ ਇਹ ਹੈ, ਉਹ ਜਦੋਂ ਲੋੜ ਤੋਂ ਵੱਧ ਹੈ ਤੇ ਸੋਗ ਲੈ ਕੇ ਆਉਂਦਾ ਹੈ, ਜਾਂ ਫਿਰ ਉੱਥੇ ਨਾਮ ਦਾ ਇੰਨਾ ਅੰਬਾਰ ਹੋਵੇ ਕਿ ਉਸ ਧਨ ਦਾ ਪ੍ਰਭਾਵ ਨਾ ਪਏ, ਫਿਰ ਉੱਥੇ ਉਹ ਸੋਗ ਨਹੀਂ ਲਿਆਉਂਦਾ, ਫਿਰ ਉਹ ਖੁਸ਼ੀ ਲਿਆਉਂਦਾ। ਇਸੇ ਤਰ੍ਹਾਂ ਸਤਿਗੁਰੂ ਕਹਿ ਰਹੇ ਕਿ ਜੀਵਨ ਦੇ ਅੰਦਰ ਜਿਸ ਧਨ ਨੂੰ ਤੂੰ ਕੱਟਣ ਵਾਸਤੇ ਚਾਰੇ ਕੁੰਟਾਂ ਵੱਲ ਦੌੜਦਾ, ਜਿਸ ਧਨ ਕੋ 4 ਕੁੰਟ ਉਠ ਧਾਵੈ, ਹਜੂਰ ਕਹਿੰਦੇ ਸੋ ਧਨ ਹਰ ਸੇਵਾ ਤੇ ਪਾਵਹਿ। ਉਸ ਧਨ ਨੂੰ ਵਾਹਿਗੁਰੂ ਦਾ ਨਾਮ ਜਪਿਆ ਪ੍ਰਾਪਤ ਕਰ ਲਈਦਾ ਹੈ। ਜਿਸ ਸੁਖ ਕੋ ਨਿਤ ਬਾਛਹਿ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੁਖ ਨੂੰ ਤੂੰ ਦਿਨ ਰਾਤ ਲੱਭਦਾ ਫਿਰਨਾ, ਉਹ ਸੁਖ ਸਾਧੂ ਸੰਗ, ਗੁਰੂ ਚਰਨਾਂ ਨਾਲ ਪ੍ਰੀਤ ਕੀਤਿਆਂ, ਸਾਧ ਸੰਗਤ ਕੀਤਿਆਂ ਸਹਿਜੇ ਹੀ ਮਿਲ ਜਾਂਦਾ ਹੈ। ਜਿਸ ਸੋਭਾ ਕੋ ਕਰੈ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ। ਵਡਿਆਈ ਦੀ ਭੁੱਖ ਹਰ ਵਿੱਚ ਮਨੁੱਖ ਵਿੱਚ ਹੈ, ਸ਼ੋਭਾ ਹਰ ਇੱਕ ਚਾਹੁੰਦਾ, ਪਰ ਨਾਮ ਵਿੱਚ ਬਹੁਤ ਵੱਡੀ ਸ਼ੋਭਾ ਹੈ। ਇੱਥੋਂ ਤੱਕ ਵਾਪਰ ਜਾਂਦਾ ਹੈ, ਜੇ ਕਿਸੇ ਬੰਦੇ ਦੇ ਭਾਗਾਂ ਵਿੱਚ ਬਦਨਾਮੀ ਲਿਖੀ ਹੋਵੇ ਨਾ, ਤੇ ਗੁਰੂ ਸਾਹਿਬ ਕਹਿੰਦੇ ਨੇ ਜੇ ਨਾਮ ਨਾਲ ਜੁੜ ਜਾਏ ਤੇ ਬਦਨਾਮੀ ਇੱਜ਼ਤ ਵਿੱਚ ਬਦਲ ਜਾਂਦੀ। ਸਤਿਗੁਰੂ ਦੇ ਬਚਨ ਨੇ, ਅਪ ਜਸ ਮਿਟੈ ਹੋਵੈ ਜਗ ਕੀਰਤ, ਦਰਗਹਿ ਬੈਸਣ ਪਾਈਐ। ਬਦਨਾਮੀ ਕੱਟੀ ਜਾਂਦੀ,
ਪ੍ਰਭੂ ਦੇ ਨਾਮ ਵਿੱਚ ਇੰਨੀ ਬਰਕਤ ਹੈ। ਤੇ ਕਈ ਵਾਰੀ ਮਨੁੱਖ ਕੁਕਰਮ ਕਰਕੇ ਆਪਣੀ ਇੱਜ਼ਤ ਨੂੰ ਵੀ ਬਦਨਾਮੀ ਵਿੱਚ ਰੋਲ ਲੈਂਦਾ। ਇਸ ਤਰ੍ਹਾਂ ਵੱਖਰਾ ਵੱਖਰੀ ਦਿਸ਼ਾ। ਕਹਿੰਦੇ ਉਹ ਸ਼ੋਭਾ ਗੁਰੂ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦੀ ਹੈ ਜਿਹਦੇ ਵਾਸਤੇ ਮਨੁੱਖ ਭਲੀ ਕਰਨੀ ਕਰਦਾ। ਜਿਸ ਸ਼ੋਭਾ ਕੋ ਕਰੈ ਭਲੀ ਕਰਨੀ, ਚੰਗੇ ਚੰਗੇ ਕੰਮ ਕਰਦਾ, ਬੜਾ ਯਤਨ ਕਰਦਾ ਵੀ ਮੈਨੂੰ 4 ਬੰਦੇ ਚੰਗਾ ਕਹਿ ਲੈਣ, ਸਾਧ ਸੰਗਤ 2-4 ਦਿਨ ਕਹਿਣਗੇ, ਫਿਰ ਉਹਨੇ ਬਦਨਾਮੀ ਕਰਨੀ ਕਿਸੇ ਨਾ ਕਿਸੇ ਢੰਗ ਨਾਲ। ਪਰ ਅਕਾਲ ਪੁਰਖ ਦਾ ਲੜ ਫੜਿਆ ਕਹਿੰਦੇ ਸਾ ਸ਼ੋਭਾ ਭਜ ਹਰਿ ਕੀ ਸਰਨੀ, ਉਹਦੀ ਸ਼ਰਨ ਵਿੱਚ ਰਹਿ ਕੇ ਨਾਮ ਜਪ। ਇਹ ਮਨੁੱਖਾਂ ਦੀ ਗੱਲ ਤੂੰ ਛੱਡ ਦੇ, ਇਸ ਧਰਤੀ ਦੀ ਦਿਸਦੀ ਤੇ ਅਣਦਿਸਦੀ ਦੁਨੀਆ ਤੇਰੀ ਵਡਿਆਈ ਕਰਨ ਵਾਸਤੇ ਖੜੀ ਹੋ ਜਾਏਗੀ। ਇਹ ਪਸ਼ੂ ਤੇ ਦੂਜੀਆਂ ਜੋਨੀਆਂ ਵੀ ਤੇਰੇ ਨਾਲ ਪ੍ਰੇਮ ਕਰਨ ਲੱਗ ਪੈਣਗੀਆਂ। ਹਜ਼ੂਰ ਕਹਿੰਦੇ ਅਨਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ। ਕਿੰਨੇ ਉਪਾਵ ਕੀਤੇ, ਕਿੰਨੇ ਯਤਨ ਕੀਤੇ, ਰੋਗ ਨਹੀਂ ਹਟੇ, ਕਈ ਪ੍ਰਕਾਰ ਦੇ ਰੋਗ। ਪਰ ਵਾਹਿਗੁਰੂ ਦੇ ਨਾਮ ਦਾ ਅਵਖਦ ਦਵਾਈ ਲਾਉਣ ਦੇ ਨਾਲ ਇਹ ਰੋਗ ਮਿਟ ਗਏ। ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ। ਸਰਬ ਨਿਧਾਨ, ਜਿੰਨੇ ਵੀ ਖਜ਼ਾਨੇ ਨੇ ਉਹਨਾਂ ਵਿੱਚ ਸਭ ਤੋਂ ਸਿਰਮੌਰ ਹੈ ਨਾਮ ਦਾ ਖਜ਼ਾਨਾ, ਜਿਹਦੇ ਨਾਲ ਸਾਰੇ ਨਿਧਾਨ, ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ। ਜੇ ਕੋਈ ਗੁਰੂ ਦੀ ਸ਼ਰਨ ਵਿੱਚ ਪੈ ਕੇ ਜਪੇ, ਉਹ ਵਾਹਿਗੁਰੂ ਦੇ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਹੈ। ਫਿਰ ਕਿਸੇ ਗੁਰਸਿੱਖ ਨੇ ਬੇਨਤੀ ਕੀਤੀ ਹੈ ਕਿ ਜਿਸ ਨਾਮ ਨੂੰ ਜਪਣ ਦੀ ਤੁਸੀਂ ਗੱਲ ਕਰਦੇ ਹੋ, ਉਹਦੇ ਵਿੱਚ ਮਨ ਨਹੀਂ ਟਿਕਦਾ। ਉਹਦੇ ਜਵਾਬ ਵਿੱਚ ਅਗਲਾ ਅੰਕ ਉਚਾਰਿਆ ਗਿਆ ਹੈ। ਜਵਾਬ ਵਿੱਚ, ਕਿਉਂਕਿ ਸਾਰੀ ਬਾਣੀ ਕਿਸੇ ਨਾ ਕਿਸੇ ਦੇ ਜਵਾਬ ਵਿੱਚ ਉਚਾਰੀ ਗਈ। ਹਜ਼ੂਰ ਕਹਿੰਦੇ ਮਨ ਨਹੀਂ ਟਿਕਦਾ ਤੇ ਇੱਕੋ ਕੰਮ ਕਰਨਾ ਚਾਹੀਦਾ ਵਾਰ-ਵਾਰ। ਕਿਹੜਾ ਤਰੀਕਾ ਦੱਸਿਆ? ਕਹਿੰਦੇ ਮਨ ਪਰਬੋਧੋ ਹਰਿ ਕੈ ਨਾਏ, ਦਹਿ ਦਿਸ ਧਾਵਤ ਆਵੈ ਠਾਏ। ਆਪਣੇ ਮਨ ਨੂੰ ਜੇ ਵਿੱਚੋਂ ਨਿਕਲ ਗਿਆ, ਪਰਤ ਕੇ ਫਿਰ ਨਾਮ ਦੁਆਰਾ ਉਹਨੂੰ ਮੋੜ ਕੇ ਲਿਆਓ। ਇੱਕੋ ਹੀ ਤਰੀਕਾ ਹੈ। ਜੇ ਫਿਰ ਚਲਾ ਜਾਂਦਾ, ਫਿਰ ਉਹਨੂੰ ਨਾਮ ਦੁਆਰਾ ਮੋੜ ਕੇ ਵਾਪਸ ਲਿਆਓ। ਇਹ ਉੱਥੇ ਚੱਲਦਾ, ਹੋਰ ਉੱਥੇ ਹੋਰ ਕੋਈ ਹੱਥ ਪੈਰ ਨਹੀਂ ਖੜਾ ਹੁੰਦਾ। ਮਨ ਪਰਬੋਧੋ, ਮਨ ਨੂੰ ਉਪਦੇਸ਼ ਦਿਓ, ਇਹਨੂੰ ਰੋਕੋ। ਅਕਾਲ ਪੁਰਖ ਦੇ ਨਾਮ ਦੁਆਰਾ 10 ਦਿਸ਼ਾਵਾਂ ਵਿੱਚ ਦੌੜਦਾ ਹੋਇਆ ਠਾਏ ਇੱਕ ਥਾਂ ਤੇ ਆ ਜਾਏਗਾ। ਤਾਂ ਕੋ ਬਿਗਨ ਨਾ ਲਾਗੈ ਕੋਏ, ਜਾਂ ਕੈ ਹਿਰਦੈ ਬਸੈ ਹਰਿ ਸੋਏ। ਉਸ ਮਨੁੱਖ ਦੀ ਜ਼ਿੰਦਗੀ ਵਿੱਚ ਕੋਈ ਵਿਘਨ ਨਹੀਂ ਰਹਿੰਦਾ। ਪਰਮਾਤਮਾ ਦੇ ਮਾਰਗ ਤੇ ਤੁਰਦਿਆਂ ਵੀ ਉਸ ਨੂੰ ਕੋਈ ਕਾਮ ਕ੍ਰੋਧ ਆਦਿਕ ਵਿਘਨ ਨਹੀਂ ਸਤਾਉਂਦੇ। ਹਜ਼ੂਰ ਕਹਿੰਦੇ ਕਲ ਤਾਤੀ ਠਾਂਡਾ ਹਰਿ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਇਹ ਕਲ ਯੁਗ ਬਹੁਤ ਤੱਤਾ ਹੈ, ਇਹਦੇ ਵਿੱਚ ਬੜੀ ਗਰਦਿਸ਼ ਹੈ, ਬੜੀ ਗਰਮੀ ਹੈ। ਚੌਹਾਂ ਪਾਸੇ ਤ੍ਰਿਸ਼ਨਾ ਦੇ ਭਾਂਬੜ ਪੈ ਬਲਦੇ ਨੇ। ਚੌਹਾਂ ਪਾਸੇ ਈਰਖਾ ਦਵੈਸ਼ ਮਨ ਦੇ ਵਿੱਚੋਂ ਸੇਕ ਬਣ ਕੇ ਬਾਹਰ ਨੂੰ ਨਿਕਲ ਰਿਹਾ। ਸਭ ਕੁਝ ਗਰਮ ਹੈ, ਸਭ ਕੁਝ ਤੱਤਾ ਹੈ। ਇਸ ਅੱਗ ਨੂੰ ਬੁਝਾਉਣ ਵਾਸਤੇ ਇੱਕੋ ਹੀ ਪਾਣੀ, ਜਿਹਨੂੰ ਕਹਿੰਦੇ ਠਾਂਡਾ ਹਰਿ ਨਾਉ। ਇੱਥੇ ਠਾਂਡਾ ਦੇ ਉੱਪਰ ਨਾ ਬਿੰਦੀ ਲੱਗੀ ਹੋਈ, ਸਾਧ ਸੰਗਤ ਧਿਆਨ ਦੇਣ। ਠਾਂਡਾ ਦੇ ਉੱਤੇ ਬਿੰਦੀ ਹੈ, ਇਹਨੂੰ ਸਾਫ਼ ਅਸੀਂ ਠਾਂਡਾ ਪੜ੍ਹ ਸਕਨੇ ਹਾਂ। ਪਰ ਤੁਸੀਂ ਵੇਖੋਗੇ ਹੁਣੇ ਗੁਰੂ ਕੇ ਸਿੰਘਾਂ ਨੇ ਬਾਅਦ ਵਿੱਚ ਕੀਰਤਨ ਕਰਨਾ ਤੇ ਉਹਦੇ ਵਿੱਚ ਆਰਤੀ ਪੜ੍ਹੀ ਜਾਣੀ। ਉਹਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਕਿ ਠਾਡਾ ਬ੍ਰਹਮਾ ਨਿਗਮ ਵਿਚਾਰੈ। ਇੱਥੇ ਠਾਂਡਾ ਨਹੀਂ ਲਿਖਿਆ ਹੋਇਆ, ਬਿੰਦੀ ਨਹੀਂ ਲੱਗੀ, ਪਰ ਇਹਨੂੰ ਆਮ ਤੌਰ ਤੇ ਗਾਉਣ ਲੱਗਿਆਂ ਕੀਰਤਨੀਏ ਸਿੰਘ ਕੁਝ ਕੁ ਨੂੰ ਛੱਡ ਕੇ ਜਿਹੜੇ ਬਾਣੀ ਦਾ ਬੋਧ ਰੱਖਦੇ ਨੇ, ਬਾਕੀ ਉਹਨੂੰ ਠਾਂਡਾ ਪੜ ਜਾਂਦੇ ਨੇ। ਅਰਥ ਸਾਰੇ ਉਲਟ ਹੋ ਜਾਂਦੇ ਨੇ, ਉਹਦੇ ਅਰਥ ਹੋ ਜਾਂਦੇ ਨੇ ਬ੍ਰਹਮਾ ਠੰਡਾ ਹੈ, ਪਰ ਉੱਥੇ ਠਾਡਾ ਸ਼ਬਦ ਹੈ। ਠਾਡਾ ਦਾ ਅਰਥ ਹੈ ਖੜਾ ਹੋਇਆ, ਖਲੋ ਕੇ। ਠਾਡਾ ਸ਼ਬਦ ਦਾ ਅਰਥ ਹੈ ਖਲੋਣਾ, ਤੇ ਜੇ ਬਿੰਦੀ ਲਾ ਦਿਓ ਤੇ ਠਾਂਡਾ ਦਾ ਅਰਥ ਹੋ ਜਾਏਗਾ ਠੰਡਾ। ਜਿਵੇਂ ਤੁਸੀਂ ਬਾਣੀ ਵਿੱਚ ਪੜ੍ਹਦੇ ਹੋ ਨਾ, ਦਰ ਮਾਂ ਦੇ ਠਾਡੇ ਦਰਬਾਰ, ਅਸੀਂ ਉਹਨੂੰ ਵੀ ਠਾਂਡੇ ਪੜ੍ਹੀ ਜਾਂਦੇ ਹਾਂ।
ਇਸ ਕਰਕੇ ਸੁਚੇਤ ਹੋ ਕੇ ਥੋੜ੍ਹਾ ਜਿਹਾ ਬਾਣੀ ਪੜ੍ਹਨੀ ਚਾਹੀਦੀ। ਕਹਿੰਦੇ ਕਲਯੁਗ ਤੱਤਾ ਹੈ, ਕਲ ਤਾਤੀ, ਠੰਡਾ ਹਰ ਨਾਉ, ਵਾਹਿਗੁਰੂ ਦਾ ਨਾਮ ਅਤੀ ਠੰਡਾ ਹੈ, ਤਪਦੇ ਹੋਏ ਮਨਾਂ ਨੂੰ ਠੰਡ ਪਾਉਂਦਾ ਹੈ। ਸਿਮਰ ਸਿਮਰ ਸਦਾ ਸੁਖ ਪਾਉ, ਉਸ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਕੇ ਸਦਾ ਹੀ ਸੁਖ ਨੂੰ ਪ੍ਰਾਪਤ ਕਰ ਲਵੋ। ਭਉ ਬਿਨ ਸਹਿ ਪੂਰਨ ਹੋਏ ਆਸ, ਭਗਤ ਭਾਏ ਆਤਮ ਪਰਗਾਸ। ਜੀਵਨ ਵਿੱਚੋਂ ਭਉ ਬਿਨਸ ਜਾਣਗੇ, ਖਤਮ ਹੋ ਜਾਣਗੇ, ਔਰ ਕਹਿੰਦੇ ਆਸ ਪੂਰਨ ਹੋ ਜਾਏਗੀ। ਇੱਛਾ ਜਿਹੜੀ ਹੈ ਨਾ ਮਨ ਦੀ, ਅਕਾਲ ਪੁਰਖ ਦੇ ਨਾਮ ਵਿੱਚ ਸ਼ਕਤੀ ਹੈ। ਚੰਗੀਆਂ ਇੱਛਾਵਾਂ ਪੂਰੀਆਂ ਕਰ ਦਿੰਦਾ ਹੈ, ਮਾੜੀਆਂ ਇੱਛਾਵਾਂ ਨੂੰ ਨਸ਼ਟ ਕਰ ਦਿੰਦਾ, ਅੰਦਰੋਂ ਸਾੜ ਦਿੰਦਾ ਹੈ। ਔਰ ਅੱਗੇ ਬਚਨ ਕਹਿੰਦੇ ਭਗਤ ਭਾਏ, ਇਹ ਦੋ ਚੀਜ਼ਾਂ ਨੇ, ਭਗਤੀ ਤੇ ਭਾਵਨਾ। ਭਾਵਨਾ ਹੋਵੇ ਤਾਂ ਭਗਤੀ ਹੁੰਦੀ ਹੈ, ਭਗਤੀ ਕਰੀਏ ਤੇ ਭਾਵਨਾ ਬਣਦੀ ਹੈ। ਦੋਵੇਂ ਆਪਸ ਵਿੱਚ ਜੁੜੀਆਂ ਹੋਈਆਂ ਨੇ, ਮਾਂ ਤੇ ਬੱਚੇ ਵਾਂਗ, ਦੋਵਾਂ ਦੀ ਬੜੀ ਸਾਂਝ ਹੈ। ਜਿਵੇਂ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ। ਭਾਵਨਾ ਤੇ ਭਗਤੀ ਦੋਵੇਂ ਜੋੜ ਕੇ ਕਰੀਏ ਤੇ ਜੀਵਨ ਸਫਲ ਹੋ ਜਾਂਦਾ ਹੈ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਸ਼ਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸਦਾਦਿਕ ਸੰਤ ਸਮੂਹ ਅਨੇਕ ਮਤੀ ਕੇ, सारे ही देश को देख रहे हो, मत को न देखियत प्राण पति के, श्री भगवान की भाए किरपा हूँ ते। भाए ਦਾ ਅਰਥ ਹੈ ਭਾਵਨਾ। ਜਿਹਦੇ ਵਿੱਚ ਭਾਵਨਾ ਹੈ ਉਹਦੇ ਤੇ ਕਿਰਪਾ ਹੁੰਦੀ ਹੈ, ਜਿਹਦੇ ਵਿੱਚ ਭਾਵਨਾ ਹੈ ਉਹ ਭਗਤੀ ਵਿੱਚ ਸਫਲ ਹੋ ਜਾਂਦਾ। ਇਸ ਕਰਕੇ ਭਗਤ ਭਾਏ ਆਤਮ ਪ੍ਰਗਾਸ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਸ ਮਨੁੱਖ ਦੇ ਜੀਵਨ ਵਿੱਚ ਇੱਕ ਪ੍ਰਕਾਸ਼ ਆ ਜਾਂਦਾ ਹੈ। ਹਜ਼ੂਰ ਕਹਿੰਦੇ ਤਿਤ ਘਰ ਜਾਏ ਬਸਹਿ ਅਬਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ। ਤਿਤ ਘਰ ਜਾਏ, ਜਿਨੇ ਗੁਰੂ ਕੇ ਬਚਨ ਨੂੰ ਕਮਾਇਆ ਨਾ, ਉਹ ਐਸੀ ਅਵਸਥਾ ਵਿੱਚ ਚਲਾ ਜਾਂਦਾ ਜਿੱਥੋਂ ਤੱਕ ਜਮਾਂ ਦਾ ਹੱਥ ਨਹੀਂ ਪੈਂਦਾ, ਜਿੱਥੇ ਜਮ ਨਹੀਂ ਆਉਂਦੇ। ਗੁਰੂ ਦਾ ਬਚਨ ਜਿਨ੍ਹਾਂ ਨੇ ਕਮਾਇਆ, ਹਜ਼ੂਰ ਕਹਿੰਦੇ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਇਹ ਤਿੰਨੇ ਚੀਜ਼ਾਂ ਉਹਨੂੰ ਨਸ਼ਟ ਨਹੀਂ ਕਰ ਸਕਦੀ, ਪਰ ਇਹ ਉਹਨਾਂ ਨੂੰ ਪਤਾ ਜਿਨ੍ਹਾਂ ਦੇ ਭਾਗ ਜਾਗੇ ਤੇ ਸਮਝ ਆਈ, ਬਾਕੀਆਂ ਵਾਸਤੇ ਕੁਝ ਨਹੀਂ ਹੁੰਦਾ। ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲ ਇੱਕ ਸਾਧ ਸੰਗਤ ਜੀ ਗੋਪਾਲ ਦਾਸ ਨਾਮ ਦਾ ਸਿੱਖ ਆਇਆ ਸੀ, ਉਜੈਨ ਦਾ ਰਹਿਣ ਵਾਲਾ, ਮੱਧਿਆ ਪ੍ਰਦੇਸ਼। ਇਹਦਾ ਜਿਹੜਾ ਬਾਪ ਸੀ ਵਿਸ਼ਵੰਬਰ ਦਾਸ, ਇਹ ਪਿਓ ਪੁੱਤਰ ਸਨ। ਉਹ ਪੁਰਾਣਾ ਸਿੱਖ ਸੀ, ਪਿਛਲੇ ਗੁਰੂ ਸਾਹਿਬਾਨ ਤੋਂ ਲੈ ਕੇ। ਵਿਸ਼ਵੰਬਰ ਦਾਸ ਤੇ ਗੋਪਾਲ ਦਾਸ ਪਿਓ ਪੁੱਤਰ ਸਨ। ਹੁਣ ਇਹ ਧਰਮੀ ਮਨੁੱਖ ਦੀ ਇੱਕ ਇੱਛਾ ਹੁੰਦੀ ਹੈ, ਜੇ ਕੋਈ ਬੰਦਾ ਸੰਸਾਰਿਕ ਤੌਰ ਤੇ ਧਨ ਕਮਾਉਂਦਾ, ਉਹਦੀ ਇੱਛਾ ਹੁੰਦੀ ਮੈਂ ਆਪਣੀ ਔਲਾਦ ਨੂੰ ਅਮੀਰ ਕਰ ਦਿਆਂ। ਪਰ ਜਿਹਨੇ ਧਰਮ ਕਮਾਇਆ ਨਾ, ਉਹਦੀ ਇੱਕ ਇੱਛਾ ਹੁੰਦੀ ਮੈਂ ਆਪਣੀ ਔਲਾਦ ਨੂੰ ਧਰਮ ਦਾ ਧਨ ਦਿਆਂ, ਇਹਨੂੰ ਧਨ ਧਾਰਮਿਕ ਤੌਰ ਤੇ ਅਮੀਰ ਕਰ ਦਿਆਂ। ਇਹ ਗੋਪਾਲ ਦਾਸ ਜਿਹੜਾ ਸਾਧ ਸੰਗਤ ਜੀ ਬਹੁਤਾ ਧਾਰਮਿਕ ਰੁਚੀ ਵਾਲਾ ਨਹੀਂ ਸੀ, ਪਰ ਪਿਤਾ ਦੀ ਇੱਛਾ ਸੀ ਕਿ ਸਿੱਖ ਬਣੇ। ਉਹਨੇ ਕਹਿ ਕੁਆ ਕੇ ਧੱਕੇ ਨਾਲ 500 ਰੁਪਈਆ ਉਸ ਵਕਤ ਦਾ ਦੇ ਕੇ ਕਿਹਾ ਵੀ ਅਨੰਦਪੁਰ ਸਾਹਿਬ ਜਾ, ਉੱਥੇ ਗੁਰੂ ਸਾਹਿਬ ਤੋਂ ਬਚਨ ਲੈ ਕੇ ਆ। ਬਚਨ ਲੈਣ ਦਾ ਮਤਲਬ ਜਿਵੇਂ ਆਪਾਂ ਅੰਮ੍ਰਿਤ ਛਕਣੇ। ਪਰ ਇਹ ਵਕਤ ਉਹ ਸੀ ਜਦੋਂ ਅਜੇ ਅੰਮ੍ਰਿਤ ਦੀ ਦਾਤ ਸ਼ੁਰੂ ਨਹੀਂ ਸੀ ਹੋਈ। ਖਿਆਲ ਕਰਨਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੀ ਆਪਣੀ ਜ਼ਿੰਦਗੀ ਦੇ 24 ਸਾਲ ਅੰਮ੍ਰਿਤ ਨਹੀਂ ਸਨ ਛਕਾਉਂਦੇ। ਉਹਦੇ ਤੋਂ ਪਹਿਲਾਂ ਵੈਸੇ ਸਿੱਖੀ ਧਾਰਨ ਕਰਾਉਂਦੇ ਰਹੇ, ਕਿਉਂਕਿ 1675 ਵਿੱਚ ਗੁਰੂ ਬਣੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਅੰਮ੍ਰਿਤ ਛਕਾਇਆ ਗਿਆ 1699 ਵਿੱਚ। ਉਹਦੇ ਤੋਂ ਪਹਿਲਾਂ ਚਰਨ ਪੌਲ ਚੱਲਦੀ ਰਹੀ ਹੈ, ਜਿਹੜੀ ਪਹਿਲੇ 10 ਗੁਰੂਆਂ ਦੇ ਟਾਈਮ ਸੀ, ਪਰ ਉਹਦੇ ਤੋਂ ਬਾਅਦ ਚਰਨ ਪੌਲ ਖਤਮ ਕਰ ਦਿੱਤੀ। ਇਹ ਉਹਨਾਂ ਦਿਨਾਂ ਦੇ ਵਿੱਚ ਗੋਪਾਲ ਦਾਸ ਉੱਥੇ ਗਿਆ, ਗੁਰੂ ਸਾਹਿਬ ਅੱਗੇ ਖੜੇ ਸਨ, ਕਲਗੀ ਤੋੜਾ ਲਾਇਆ ਸੀ, ਸ਼ਸਤਰ ਕੋਲ ਸਨ। ਇਹ ਗੋਪਾਲ ਦਾਸ ਪਹਿਲਾਂ ਹੀ ਧਰਮੀ ਸੁਭਾਅ ਦਾ ਨਹੀਂ ਸੀ, ਬਹੁਤਾ ਸ਼ਰਧਾ ਵਾਲਾ ਨਹੀਂ ਸੀ।
ਇਹਨੇ ਉਹ 500 ਰੁਪਈਆ ਭੇਟ ਕੀਤਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨਾ ਇੱਕ ਸਰਬਲੋਹ ਦਾ ਕੜਾ ਮੰਗਾ ਕੇ ਨਾ ਆਪਣੇ ਹੱਥ ਵਿੱਚ ਫੜ ਕੇ ਇਸ ਗੋਪਾਲ ਦਾਸ ਦੇ ਹੱਥ ਤੇ ਰੱਖਿਆ ਤੇ ਨਾਲੇ ਇੱਕ ਸ਼ਬਦ ਕਿਹਾ, ਨਿਹਾਲ ਸਿੱਖਾ। ਇਹ ਗੁਰੂ ਦਾ ਬਚਨ ਸੀ, ਇਹਦੇ ਵਿੱਚ ਬਰਕਤ ਭਰੀ ਪਈ ਸੀ। ਪਰ ਹੁਣ ਅੱਗੇ ਸਾਧ ਸੰਗਤ ਕੋਈ ਹੋਵੇ ਗੱਲ ਤੇ ਤਾਂ ਹੀ ਗੱਲ ਮਗੇ ਨਾ। ਕੱਲੀ ਬੀਣ ਵਜਾਈ ਜਾਏ ਤੇ ਸੱਪ ਹੋਵੇ ਜਾਲੀ, ਉਹ ਕਿਵੇਂ ਨੱਚੇਗਾ ਬੀਣ ਤੇ? ਸੱਪ ਵੀ ਅਸਲੀ ਚਾਹੀਦਾ, ਬੀਣ ਤੇ ਤਾਂ ਨੱਚਦਾ ਹੈ। ਗੁਰੂ ਨੇ ਕਿਹਾ ਨਿਹਾਲ ਸਿੱਖਾ, ਪਰ ਵਿਸ਼ਵੰਬਰ ਦਾਸ ਦੇ ਮਨ ਤੇ ਚੜੀ ਸੀ ਮਾਇਆ ਦੀ ਭਾ। ਗੋਪਾਲ ਦਾਸ ਦੇ ਕੜਾ ਉਹਦੇ ਹੱਥ ਤੇ ਰੱਖ ਦਿੱਤਾ ਤੇ ਗੋਪਾਲ ਦਾਸ ਵਾਪਸ ਤੁਰ ਪਿਆ ਤੇ ਰਾਹ ਵਿੱਚ ਤੁਰਦਾ ਹੋਇਆ ਸੋਚਦਾ ਹੁੰਦਾ ਵੀ ਗੁਰੂ ਨੇ ਚੰਗਾ ਵਪਾਰ ਕੀਤਾ, 500 ਰੁਪਈਆ ਲੈ ਲਿਆ ਤੇ ਆ ਪਤਾ ਨਹੀਂ ਦੀਵਾਨੀ ਦਾ ਕੜਾ ਮੇਰੇ ਹੱਥ ਤੇ ਰੱਖ ਦਿੱਤਾ। ਸਾਰ ਤੋਂ ਬਿਨਾਂ ਸਾਧ ਸੰਗਤ ਸਿੱਖੀ ਨਹੀਂ ਕਮਾਈ ਜਾ ਸਕਦੀ। ਵਾਪਸ ਆਉਂਦਿਆਂ ਉਹਨੂੰ ਰਾਤ ਪੈ ਗਈ। ਚਮਕੌਰ ਸਾਹਿਬ ਇੱਕ ਸਿੱਖ ਦੇ ਘਰ ਰਹਿੰਦਾ। ਰਾਤ ਪ੍ਰਸ਼ਾਦਾ ਪਾਣੀ ਛਕ ਕੇ ਰਾਤ ਨੂੰ ਗੱਲਬਾਤ ਕਰਦਿਆਂ ਉਹਨੇ ਪੁੱਛਿਆ, ਤੈਨੂੰ ਗੁਰੂ ਨੇ ਕੀ ਬਖਸ਼ਿਸ਼ ਕੀਤੀ ਹੈ? ਕਹਿਣ ਲੱਗਾ, ਬਖਸ਼ਿਸ਼ ਕੀ ਕਰਨੀ ਸੀ, 500 ਰੁਪਈਆ ਲੈ ਲਿਆ ਤੇ ਆ ਇੱਕ ਦੀਵਾਨੀ ਦਾ ਕੜਾ ਮੇਰੇ ਹੱਥ ਤੇ ਰੱਖ। ਸਿੱਖ ਸਿਆਣਾ ਸੀ, ਕਮਾਈ ਵਾਲਾ ਸੀ। ਇਹ ਕੁਦਰਤ ਦਾ ਇੱਕ ਨਿਯਮ ਹੈ ਕਿ ਗੁਰੂ ਸਿੱਖ ਦੀ ਬੜੀ ਹਿਫਾਜ਼ਤ ਕਰਦਾ ਤੇ ਉਹਦਾ ਧਿਆਨ ਰੱਖਦਾ, ਪਰ ਸਿੱਖ ਕਦੀ ਬਰਦਾਸ਼ਤ ਨਹੀਂ ਕਰਦਾ ਕਿ ਉਹਦੇ ਗੁਰੂ ਨੂੰ ਕੋਈ ਕੁਝ ਕਵੇ। ਜਦੋਂ ਗੋਪਾਲ ਦਾਸ ਨੇ ਕਿਹਾ ਦੀਵਾਨੀ ਦਾ ਕੜਾ ਦਿੱਤਾ ਤੇ ਸਿੱਖ ਬੜਾ ਸਿਆਣਾ ਸੀ, ਉਹਨੂੰ ਪਤਾ ਸੀ ਵੀ ਕੱਲਾ ਕੜਾ ਨਹੀਂ ਹੈ। ਕਹਿਣ ਲੱਗੇ, ਗੋਪਾਲ ਦਾਸ, ਜਦੋਂ ਤੈਨੂੰ ਕੜਾ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਉਸ ਵੇਲੇ ਜਦੋਂ ਕੜਾ ਦਿੱਤਾ ਸੀ ਉਦੋਂ ਉਹਨਾਂ ਨੇ ਕੋਈ ਨਾਲ ਬਚਨ ਵੀ ਬੋਲਿਆ ਹੋਣਾ ਹੈ। ਹੁਣ ਉਹ ਯਾਦ ਕਿੱਥੋਂ ਰਵੇ? ਥੋੜਾ ਜਿਹਾ ਉਹਨੇ ਯਾਦ ਸੀ। ਕਹਿਣ ਲੱਗੇ, ਬਚਨ ਕਿਹੜਾ ਉਹਨਾਂ ਨੇ ਬੋਲਿਆ ਸੀ? ਬਚਨ ਆ ਸੀ, ਨਿਹਾਲ ਸਿੱਖਾ। ਪਤਾ ਨਹੀਂ ਇਹਨੂੰ ਕੀ ਕਹਿੰਦੇ ਨੇ ਨਿਹਾਲ ਨੂੰ। ਕਹਿੰਦੇ ਬਸ ਇਹਦੇ ਵਿੱਚ ਪਤਾ ਨਹੀਂ ਕੀ ਕੁਝ ਸੀ ਸੱਜਣਾ। ਕਹਿੰਦੇ ਅੱਛਾ ਤੂੰ ਮੇਰੇ ਨਾਲ ਸੌਦਾ ਕਰ, ਜੇ ਮੈਂ ਤੈਨੂੰ 500 ਰੁਪਈਆ ਦੇ ਦਿਆਂ ਤੇ ਮੈਨੂੰ ਗੁਰੂ ਕਾ ਬਚਨ ਦੇ ਦੇਂਗਾ, ਕੜਾ ਦੇ ਦੇ। ਕਹਿੰਦੇ ਲਿਆ ਤੂੰ। ਸਿੱਖ ਨੇ ਆਪਣੀ ਜਾਇਦਾਦ ਵੇਚ ਕੇ 500 ਰੁਪਈਆ ਇਕੱਠਾ ਕੀਤਾ। 500 ਰੁਪਈਆ ਇਕੱਠਾ ਕਰਕੇ ਤੇ ਸਵੇਰੇ ਸਾਧ ਸੰਗਤ ਉਸ ਗੋਪਾਲ ਦਾਸ ਦੇ ਅੱਗੇ ਰੱਖਿਆ। ਕਹਿਣ ਲੱਗੇ, ਆਹ ਫੜ ਰੁਪਈਏ। ਹੱਥ ਜੋੜ ਕੇ ਅੱਗੇ ਖਲੋ ਗਿਆ ਉਹ ਸਿੱਖ। ਕਹਿਣ ਲੱਗੇ, ਉਸੇ ਤਰ੍ਹਾਂ ਨਾਲੇ ਕੜਾ ਰੱਖ ਮੇਰੇ ਹੱਥਾਂ ਤੇ ਨਾਲੇ ਮੂੰਹ ਤੋਂ ਕਹਿ ਦੇ ਨਿਹਾਲ ਸਿੱਖਾ। ਤੇ ਗੋਪਾਲ ਦਾਸ ਕਹਿੰਦਾ, ਇਹ ਕਿਹੜੀ ਔਖੀ ਗੱਲ ਹੈ, 500 ਰੁਪਈਆ ਵਾਪਸ ਆ ਗਿਆ। ਵਪਾਰੀ ਸੀ। ਕੜਾ ਸਿੱਖ ਦੇ ਹੱਥ ਤੇ ਰੱਖਿਆ ਤੇ ਮੂੰਹੋਂ ਕਿਹਾ ਨਿਹਾਲ ਸਿੱਖਾ। ਉਸ ਸਿੱਖ ਦੇ ਅੰਦਰ ਨਾਮ ਦੀਆਂ ਫੁਹਾਰਾਂ ਫੁੱਟ ਪਈਆਂ। ਜਿਹੜੀ ਦਾਤ ਪਹਿਲਾਂ ਗੋਪਾਲ ਦਾਸ ਤੇ ਕੰਮ ਨਾ ਕੀਤੀ, ਉਹ ਅੱਗੇ ਪਾਸ ਹੋ ਗਈ, ਅੱਗੇ ਚਲੀ ਗਈ ਦਾਤ। ਇਹ ਇਸ ਤਰ੍ਹਾਂ ਦੀ ਚੀਜ਼ ਹੈ, ਜਿੰਨਾ ਚਿਰ ਕੋਈ ਗ੍ਰਾਹਕ ਨਹੀਂ ਉਹਨਾਂ ਚਿਰ ਸਾਧ ਸੰਗਤ ਇਹ ਦਾਤ ਨਹੀਂ ਮਿਲਦੀ। ਉਸ ਸਿੱਖ ਦੇ ਅੰਦਰ ਭਾਵਨਾ ਸੀ, ਉਹਨੇ ਪ੍ਰਾਪਤ ਕਰ ਲਈ। ਉਹਨੇ ਗੁਰੂ ਕਾ ਬਚਨ ਕਮਾ ਲਿਆ, ਗੁਰੂ ਕਾ ਬਚਨ ਲੈ ਲਿਆ। ਇਸ ਤਰ੍ਹਾਂ ਕਹਿੰਦੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਤਿਤ ਘਰ ਜਾਏ ਬਸੈ ਅਬਿਨਾਸੀ। ਉਸ ਨਾ ਨਾਸ਼ ਹੋਣ ਵਾਲੀ ਅਵਸਥਾ ਵਿੱਚ ਸਿੱਖ ਚਲਾ ਜਾਂਦਾ ਹੈ। ਕਹੋ ਨਾਨਕ ਕਾਟੀ ਜਮ ਫਾਸੀ, ਤੇ ਉਹਦੇ ਜਮਾਂ ਦੀ ਫਾਂਸੀ ਕੱਟੀ ਜਾਂਦੀ ਹੈ। ਤਤ ਵਿਚਾਰ ਕਹੈ ਜਨ ਸਾਚਾ, ਫਿਰ ਉਹ ਜਨ ਜੋ ਕੁਝ ਕਵੇਗਾ ਨਾ ਤੋਲਿਆ ਹੋਇਆ ਸੱਚ ਹੋਵੇਗਾ, ਤਤ ਹੋਵੇਗਾ ਜੀਵਨ ਦਾ। ਜਨਮ ਮਰੈ ਸੋ ਕਾਚੋ ਕਾਚਾ। ਜਿਹੜੀਆਂ ਚੀਜ਼ਾਂ ਜਨਮ ਲੈਂਦੀਆਂ ਨੇ ਤੇ ਮਰ ਜਾਂਦੀਆਂ ਨੇ, ਉਹ ਕੱਚੀਆਂ ਨੇ ਸਾਰੀਆਂ। ਹਜ਼ੂਰ ਕਹਿੰਦੇ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ। ਅਕਾਲ ਪੁਰਖ ਦੀ ਸੇਵਾ ਕੀਤਿਆਂ ਆਵਾਗਮਨ ਦਾ ਭਾਵ ਹੈ ਜਨਮ ਮਰਨ ਦਾ ਚੱਕਰ ਮਿਟ ਜਾਂਦਾ ਹੈ। ਜਿਹੜੇ ਆਪਣਾ ਹੰਕਾਰ ਤਿਆਗ ਕੇ ਗੁਰਦੇਵ ਦੀ ਸ਼ਰਨ ਵਿੱਚ ਰਹਿ ਕੇ ਸੇਵਾ ਕਰਦੇ ਨੇ, ਇਉਂ ਰਤਨ ਜਨਮ ਕਾ ਹੋਏ ਉਧਾਰ,
ਹਰ ਹਰ ਸਿਮਰ ਪ੍ਰਾਣ ਆਧਾਰ। ਇਸ ਤਰ੍ਹਾਂ ਤੇਰੇ ਰਤਨਾਂ ਵਰਗੇ ਜੀਵਨ ਦਾ ਉਧਾਰ ਹੋ ਜਾਏਗਾ। ਤੂੰ ਆਪਣੇ ਅਕਾਲ ਪੁਰਖ ਨੂੰ ਸਿਮਰ ਜੋ ਤੇਰੇ ਪ੍ਰਾਣਾਂ ਦਾ, ਤੇਰੀ ਜ਼ਿੰਦਗੀ ਦਾ ਆਧਾਰ ਹੈ। ਅਨਕੇ ਉਪਾਵ ਨਾ ਛੂਟਨ ਹਾਰੇ, ਸਿਮਰਤ ਸ਼ਾਸਤ ਵੇਦ ਵਿਚਾਰੇ। ਅਨੇਕ ਉਪਾਵ ਕੀਤਿਆਂ ਵੀ ਮਨੁੱਖ ਦੁੱਖਾਂ ਤੋਂ ਨਹੀਂ ਛੁੱਟ ਸਕਦਾ। ਸਿਮਰਤੀਆਂ ਸ਼ਾਸਤਰਾਂ ਤੇ ਵੇਦਾਂ ਦਾ ਵਿਚਾਰ ਕੀਤਿਆਂ ਵੀ ਹਜ਼ੂਰ ਕਹਿੰਦੇ ਹਰ ਕੀ ਭਗਤ ਕਰੋ ਮਨ ਲਾਏ। ਪਰ ਜੇ ਕੋਈ ਮਨ ਲਾ ਕੇ ਵਾਹਿਗੁਰੂ ਦੀ ਭਗਤੀ ਕਰੇ, ਸਾਹਿਬ ਕਹਿੰਦੇ ਮਨ ਬੰਛਤ ਨਾਨਕ ਫਲ ਪਾਏ। ਮਨ ਬੰਛਤ ਜੋ ਉਹਦੀ ਲੋੜ ਹੈ ਜੀਵਨ ਦੀ, ਉਹ ਸਾਰੇ ਫਲ ਉਹਨੂੰ ਅਕਾਲ ਪੁਰਖ ਦੇ ਐਸੇ ਨਾਮ ਵਿੱਚੋਂ ਮਿਲਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।